ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਵਿਰਾਜਮਾਨ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ, ਮਾਨਯੋਗ ਪ੍ਰਧਾਨ ਸਾਹਿਬ ਜਥੇਦਾਰ ਹਰਜਿੰਦਰ ਸਿੰਘ ਜੀ ਧਾਮੀ, ਅਹੁਦੇਦਾਰ ਸਾਹਿਬਾਨ, ਸਾਬਕਾ ਪ੍ਰਧਾਨ ਸਾਹਿਬ, ਮੈਂਬਰ ਸਾਹਿਬਾਨ, ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜੋ ਏਜੰਡਾ ਆ ਉਹ ਮੌਜੂਦਾ ਪੰਥਕ ਹਾਲਾਤਾਂ, ਜੋ ਮੌਜੂਦਾ ਪੰਥ ਹਾਲਾਤ ਚੱਲ ਰਹੇ ਨੇ ਉਹਨਾਂ 'ਤੇ ਵਿਚਾਰ ਕਰਨ ਲਈ ਹੈ। ਮੈਂ ਜੋ ਪੱਤਰਿਕਾ ਆਪ ਜੀ ਨੂੰ ਭੇਜੀ ਗਈ ਆ ਉਹ ਪੜ੍ਹਨ ਦੀ ਇਜਾਜ਼ਤ ਚਾਹੁੰਦਾ ਜੀ। ਸਮੂਹ ਮੈਂਬਰ ਸਾਹਿਬਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ, ਪ੍ਰਯੋਜਨ ਵਿਸ਼ੇਸ਼ ਇਜਲਾਸ 12 ਹਾੜ ਸੰਮਤ ਨਾਨਕਸ਼ਾਹੀ 555, 26 ਜੂਨ 2023। ਸਥਾਨ ਇਕੱਤਰਤਾ ਘਰ ਤੇਜਾ ਸਿੰਘ ਸਮੁੰਦਰੀ ਹਾਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ। ਸ਼੍ਰੀਮਾਨ ਜੀ, ਬੀਬੀ ਜੀ, ਮਾਨਯੋਗ ਪ੍ਰਧਾਨ ਸਾਹਿਬ ਜੀ ਦੇ ਆਦੇਸ਼ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਇਜਲਾਸ 12 ਹਾੜ ਸੰਮਤ ਨਾਨਕਸ਼ਾਹੀ 555 ਮੁਤਾਬਕ 26 ਜੂਨ 2023 ਦਿਨ ਸੋਮਵਾਰ ਨੂੰ ਸਵੇਰੇ 11 ਵਜੇ ਇਕੱਤਰਤਾ ਘਰ ਤੇਜਾ ਸਿੰਘ ਸਮੁੰਦਰੀ ਹਾਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਵੇਗਾ। ਆਪ ਜੀ ਨੇ ਇਜਲਾਸ ਵਿੱਚ ਸਮੇਂ ਸਿਰ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ। ਧੰਨਵਾਦ ਸਾਹਿਬ। ਸ਼ੁਭ ਚਿੰਤਕ ਸਕੱਤਰ ਪ੍ਰਤਾਪ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਏਜੰਡਾ ਮੌਜੂਦਾ ਪੰਥਕ ਹਾਲਾਤਾਂ ਸੰਬੰਧੀ ਵਿਚਾਰ ਕਰਨ ਲਈ ਮੈਂ ਸਭ ਤੋਂ ਪਹਿਲਾਂ ਮਾਨਯੋਗ ਪ੍ਰਧਾਨ ਸਾਹਿਬ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਸਟੇਜ ਤੇ ਬਿਰਾਜਮਾਨ ਹੋ ਜਾਣ। ਹੁਣ ਮੈਂ ਸਰਦਾਰ ਗੁਰਚਰਨ ਸਿੰਘ ਜੀ ਗਰੇਵਾਲ, ਜਨਰਲ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੇ ਵਿਚਾਰ ਮੈਂਬਰ ਸਭਾ ਨਾਲ ਸਾਂਝੇ ਕਰਨ। ਸਰਦਾਰ ਗੁਰਚਰਨ ਸਿੰਘ ਜੀ। ਬੋਲੇ ਸੋ ਨਿਹਾਲ, ਸ੍ਰੀ ਅਕਾਲ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਹਾਜ਼ਰੀ ਅੰਦਰ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ, ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਸ੍ਰੀ ਕੇਸਗੜ੍ਹ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ, ਸਤਿਕਾਰਤ ਧਾਰਮਿਕ ਸ਼ਖਸੀਅਤਾਂ, ਬਹੁਤ ਸਤਿਕਾਰਯੋਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ, ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਜੀ, ਸਾਰੇ ਹੀ ਦਰਜਾ ਬਦਰਜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਾਂ ਦੇ ਨਾਲ ਸੰਬੰਧਿਤ ਮੈਂਬਰ ਸਾਹਿਬਾਨ, ਸਭ ਨੂੰ ਸਮੁੱਚੇ ਰੂਪ ਵਿੱਚ ਫਤਿਹ ਪ੍ਰਵਾਨ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਇਤਿਹਾਸਕ ਹਾਲ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਆਪਾਂ ਅੱਜ ਬੈਠ ਕੇ ਜਰਨਲ ਇਜਲਾਸ ਦਾ ਜੋ ਸੱਦਾ ਦਿੱਤਾ ਗਿਆ ਉਹਦੇ ਵਿੱਚ ਆਪ ਸਭ ਪਹੁੰਚੇ ਹੋ। ਇਹ ਇਮਾਰਤ ਇੱਕ ਸਦੀ ਦੇ ਇਤਿਹਾਸ ਨੂੰ ਆਪਣੇ ਅੰਦਰ ਸਮੋਈ ਬੈਠੀ ਆ ਤੇ ਉਸ ਦੀ ਗਵਾਹ ਹੈ ਤੇ ਸਮੇਂ-ਸਮੇਂ ਨਾਲ ਬਹੁਤ ਵੱਡੇ ਉਤਰਾਵਾਂ ਚੜਾਵਾਂ ਵਿੱਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਫ਼ਰ ਲੰਘਿਆ। ਕੌਮ ਦੇ ਮਹਾਨ ਯੋਧਿਆਂ, ਸ਼ਹੀਦ ਸੂਰਬੀਰਾਂ ਨੇ ਇਸ ਜਥੇਬੰਦੀ ਦਾ ਮੁੱਢ ਬੰਨਿਆ, ਜਿਹਨੇ 100 ਸਾਲ ਤੋਂ ਭਾਵੇਂ ਕਿ ਇਸ ਦੇਸ਼ ਦੇ ਉੱਤੇ ਕਾਬਜ ਅੰਗਰੇਜ਼ ਸੀ,
ਗੁਰੂ ਸਾਹਿਬ ਦੇ ਦਿੱਤੇ ਸਿਧਾਂਤ ਮੁਤਾਬਕ ਜਾਬਰ ਤੇ ਜ਼ੁਲਮ ਦੇ ਖਿਲਾਫ ਲੜਾਈ ਲੜੀ। ਭਾਵੇਂ ਕਿ ਉਹ ਲੜਾਈ ਦੇ ਵਿੱਚ ਗੁਰਦੁਆਰਾ ਸੁਧਾਰ ਲਹਿਰ ਵੀ ਆਈ, ਗੁਰਦੁਆਰਿਆਂ ਦੇ ਕਾਬਜ ਉਹਨਾਂ ਲੋਕਾਂ ਦੇ ਖਿਲਾਫ ਵੱਡੀ ਜੰਗ ਲੜੀ ਗਈ ਜਿਹਨੇ ਇੱਕ ਇਤਿਹਾਸ ਸਿਰਜਿਆ। ਸਮੇਂ ਸਮੇਂ ਨਾਲ ਵੱਡੀਆਂ ਚੁਣੌਤੀਆਂ ਆਈਆਂ ਤਾਂ ਸ਼੍ਰੋਮਣੀ ਕਮੇਟੀ ਗੁਰੂ ਦੀ ਦਿੱਤੀ ਕਿਰਪਾ ਸਦਕਾ ਤੇ ਸੰਗਤ ਦੇ ਸਹਿਯੋਗ ਨਾਲ ਉਹਨਾਂ ਦੇ ਵਿੱਚੋਂ ਸੁਰਖਰੂ ਹੋ ਕੇ ਨਿਕਲਦੀ ਰਹੀ ਹੈ। ਅੱਜ ਵੀ ਕੁਝ ਐਸੀ ਹੀ ਚੁਣੌਤੀ ਹੈ ਜਿਹੜੀ ਚੁਣੌਤੀ ਭਾਵੇਂ ਇਸ ਤੋਂ ਪਹਿਲਾਂ ਦੇਖਣ ਵਿੱਚ ਨਹੀਂ ਆਈ, ਭਾਵੇਂ ਕਿ ਇਦੋਂ ਵੱਡੇ ਹੱਲਿਆਂ ਨੂੰ ਕੌਮ ਦੇ ਜਜ਼ਬੇ ਨਾਲ, ਕੌਮ ਦੇ ਇਕੱਠ ਦੇ ਨਾਲ ਸ਼੍ਰੋਮਣੀ ਕਮੇਟੀ ਨੇ ਆਪਣਾ ਬਣਦਾ ਫਰਜ਼ ਅਦਾ ਕੀਤਾ। ਪਰ ਮੈਨੂੰ ਲੱਗਦਾ ਕਿ ਇਹ 100 ਸਾਲ ਦੇ ਸਫ਼ਰ ਦੇ ਦੌਰਾਨ ਜੋ ਮੈਂ ਬਾਹਰੀ ਜਾਣਕਾਰੀ ਦਾ ਨਾਂ ਰੱਖਦਾ ਹਾਂ, ਤੁਸੀਂ ਬੜੇ ਸਿਆਣੇ ਤੇ ਸੁਲਝੇ ਹੋ ਕਿ ਕਾਂਗਰਸ ਵੱਲੋਂ 1959 ਦੇ ਵਿੱਚ ਇੱਕ ਹੱਲਾ ਕੀਤਾ ਗਿਆ, ਪਰ ਸਿੱਖਾਂ ਦੇ ਰੋਹ ਤੇ ਵਿਦਰੋਹ ਤੇ ਰੋਸ ਦੇ ਮੱਦੇਨਜ਼ਰ ਇੱਕ ਮੀਟਿੰਗ ਹੋਈ, ਜਿਸ ਮੀਟਿੰਗ ਨੂੰ ਨਹਿਰੂ ਤੇ ਮਾਸਟਰ ਤਾਰਾ ਸਿੰਘ ਪੈਕਟ ਦਾ ਨਾਮ ਦਿੱਤਾ ਗਿਆ। ਦੀ ਵਿੱਚ ਗੱਲ ਕਲੀਅਰ ਹੋ ਗਈ, ਅਮੈਂਡਮੈਂਟ ਹੋਣੀ ਸਮੇਂ ਦੀ ਜ਼ਰੂਰਤ ਹੈ, ਪਰ ਇਹਦਾ ਮਤਲਬ ਇਹ ਨਹੀਂ ਕਿ ਕੋਈ ਵੀ ਇਕੱਠ ਜਾਂ ਕੋਈ ਸਰਕਾਰ ਜਾਂ ਕੋਈ ਸੰਸਥਾ ਜੇ ਸੱਤਾ ਤੇ ਕਾਬਜ ਹੈ ਤਾਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਸਿੱਧੇ ਤੌਰ ਤੇ ਦਖਲ ਦੇਵੇ। ਇਹ ਉਦੋਂ ਫੈਸਲਾ ਹੋ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਇਜਲਾਸ ਜੋ ਫੈਸਲਾ ਕਰੇਗਾ ਉਹ ਫੈਸਲੇ ਨੂੰ ਅੱਗੇ ਲਾਗੂ ਕੀਤਾ ਜਾਵੇਗਾ। ਅੱਗੇ ਤਾਂ ਲਾਗੂ ਹੁੰਦੇ ਰਹੇ ਨੇ, ਬੜੀ ਲੰਬੀ ਇਸ ਗੱਲ ਦਾ ਬਿਰਤਾਂਤ ਹੈ। ਅੱਜ ਦੇ ਸਮੇਂ ਦੇ ਅੰਦਰ ਮੈਂ ਇੱਕ ਸਿੱਖ ਹੋਣ ਦੇ ਨਾਤੇ, ਭਾਵੇਂ ਕਿ ਮੇਰੇ ਨਾਮ ਦੇ ਨਾਲ ਤੁਸੀਂ ਜਨਰਲ ਸਕੱਤਰ ਦੇ ਤੌਰ ਤੇ ਸਟੇਜ ਤੇ ਬੋਲਣ ਦੇ ਲਈ ਪ੍ਰਧਾਨ ਜੀ ਨੇ ਸਭ ਤੋਂ ਪਹਿਲਾਂ ਮੌਕਾ ਦਿੱਤਾ, ਧੰਨਵਾਦ ਹੈ, ਪਰ ਮੈਂ ਸਮਝਦਾ ਕਿ ਮੈਂ ਮਾਣ ਮਹਿਸੂਸ ਕਰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਹੋਣਾ ਹੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਪ੍ਰਾਪਤੀ ਹੈ ਤੇ ਤੁਹਾਡੇ ਸਾਰਿਆਂ ਨੂੰ ਉਹ ਜਿਹੜੀ ਪ੍ਰਾਪਤੀ ਗੁਰੂ ਸਾਹਿਬ ਨੇ ਦਿੱਤੀ ਹੈ, ਸੰਗਤ ਨੇ ਬਖਸ਼ੀ ਹੈ, ਕਿਰਪਾ ਕੀਤੀ ਹੈ, ਵੱਡੀਆਂ ਜ਼ਿੰਮੇਵਾਰੀਆਂ ਨੇ ਤੇ ਤੁਸੀਂ ਉਸ ਜ਼ਿੰਮੇਵਾਰੀਆਂ ਨੂੰ ਬਖੂਬੀ ਨਿਭਾ ਰਹੇ ਹੋ। ਮੈਨੂੰ ਬੜਾ ਮਾਣ ਹੈ ਇਸ ਗੱਲ ਦਾ ਕਿ ਮਸਲੇ ਜਦੋਂ ਵੀ ਆਉਂਦੇ ਨੇ ਤੁਸੀਂ ਉਹਦੇ ਖਿਲਾਫ ਆਪਣਾ ਇੱਕ ਮਤ ਦਿੰਦੇ ਹੋ ਤੇ ਅੱਜ ਜਿਹੜਾ ਮਸਲਾ ਆਇਆ ਇਹ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਦੀ ਬੁਨਿਆਦ ਕੁਰਬਾਨੀਆਂ ਤੇ ਰੱਖੀ ਗਈ ਆ, ਜਿਹਦੇ ਮੋਢਿਆਂ ਤੇ ਵੱਡੀਆਂ ਜ਼ਿੰਮੇਵਾਰੀਆਂ ਰਹੀਆਂ ਨੇ, ਜਿਹਦੀ ਨੀਂਹ ਬਹੁਤ ਮਜ਼ਬੂਤ ਹੈ, ਅੱਜ ਇੱਥੇ ਭੁਲੇਖੇ ਤੇ ਹੰਕਾਰ ਵਿੱਚ ਆਏ ਸ਼ਾਸਕ ਜਿਹੜੇ ਆ ਉਹਨਾਂ ਨੇ ਭੁਲੇਖਾ ਲਾ ਲਿਆ ਕਿ ਇਹ ਅਸੀਂ ਆਪਣੇ ਕਾਨੂੰਨੀ ਦਾਅਵੇਚ ਨਾਲ ਇਹਨੂੰ ਹਥਿਆ ਸਕਦੇ ਹਾਂ। ਭੁਲੇਖਾ ਪੈ ਗਿਆ ਇਸ ਪੰਜਾਬ ਦੇ ਅੱਜ ਦੇ ਸ਼ਾਸਕਾਂ ਨੂੰ ਕਿ ਇਸ ਪੰਜਾਬ ਤੇ ਕਾਬਜ ਹੋਣ ਲਈ ਅਸੀਂ ਆਪਣੇ ਲੋਕਾਂ ਨੂੰ ਥੋਪ ਸਕਦੇ ਹਾਂ। ਇਦੋਂ ਪਹਿਲਾਂ ਭੁਲੇਖਾ ਹਰਿਆਣੇ ਵਿੱਚ ਵੀ ਪਿਆ ਸੀ। ਇਸ ਦੇਸ਼ ਦੀ ਵੱਡੀ ਸਰਕਾਰ ਨੂੰ, ਭਾਵੇਂ ਕਿ ਉਹਦੇ ਖਿਲਾਫ ਅਸੀਂ ਲੜਾਈ ਲੜ ਰਹੇ ਹਾਂ, ਉਸ ਗੱਲ ਨਾਲ ਸਹਿਮਤ ਨਹੀਂ, ਪਰ ਇਹ ਕਹਿੰਦੇ ਸਹੇ ਦੀ ਨਹੀਂ, ਇਹ ਪਹੇ ਦੀ ਆ। ਪਰ ਮੈਂ ਪ੍ਰਧਾਨ ਜੀ ਸਾਰੇ ਮੈਂਬਰ ਸਾਹਿਬਾਨ ਦੇ ਇਹਨਾਂ ਜਜ਼ਬਾਤਾਂ ਲਈ ਸਿਰ ਝੁਕਾਉਣਾ ਹੈ। ਮੈਨੂੰ ਮੀਡੀਆ ਵਾਲਿਆਂ ਨੇ ਪੁੱਛਿਆ ਕਿ ਤੁਸੀਂ ਕੀ ਕਰਨ ਜਾ ਰਹੇ ਹੋ, ਮੈਂ ਕਿਹਾ ਜੋ ਕੁਝ ਕਰਨਾ ਹੈ ਉਹ ਮੈਂਬਰ ਸਾਹਿਬਾਨ ਪਹਿਲਾਂ ਹੀ ਆਪਣਾ ਐਲਾਨ ਕਰ ਚੁੱਕੇ ਨੇ। ਮੈਂ ਬਹੁਤ ਸਤਿਕਾਰ ਨਾਲ ਨਾਮ ਲਿਆ ਬੀਬੀ ਜਗੀਰ ਕੌਰ ਜੀ ਦਾ, ਹੋਰ ਬੜੇ ਸਤਿਕਾਰਤ ਮੈਂਬਰ ਸਾਹਿਬਾਨਾਂ ਦਾ। ਮੈਂ ਕਿਹਾ ਕਿ ਇੱਕ ਨੁਕਾਤੀ ਪ੍ਰੋਗਰਾਮ ਉਹਨਾਂ ਨੇ ਦੇ ਦਿੱਤਾ ਕਿ ਜਿਹੜੀਆਂ ਸਰਕਾਰਾਂ ਇਸ ਭੁਲੇਖੇ ਵਿੱਚ ਅੱਜ ਚੱਲ ਰਹੀਆਂ ਨੇ, ਬੜੇ ਦਮਗਜੇ ਮਾਰ ਰਹੀਆਂ ਨੇ ਕਿ ਸਿੱਖਾਂ ਦੀ ਇਸ ਸੰਸਥਾ ਦੇ ਕਾਬਜ ਹੋਣ ਦੇ ਲਈ ਅਸੀਂ ਰਾਹ ਚੋਰ ਮੋਰੀਆਂ ਲੱਭ ਕੇ ਅਸੀਂ ਇੱਕ 92 ਬੰਦੇ ਦੇ ਗੂੰਗਿਆਂ ਤੋਂ ਇੱਕ ਫੈਸਲਾ ਕਰਵਾ ਕੇ ਸਿੱਖਾਂ ਦੀ ਉਸ ਮਹਾਨ ਸੰਸਥਾ ਦੇ ਕਾਬਜ ਹੋਣਾ ਚਾਹੁੰਦੇ ਆ। ਉਸ ਗੱਲ ਦਾ ਜਵਾਬ ਤੁਸੀਂ ਦੇ ਦਿੱਤਾ ਹੈ, ਮੈਨੂੰ ਬੜਾ ਮਾਣ ਹੈ। ਵਿਚਾਰਧਾਰਕ ਵਖਰੇਵੇਂ ਹੋਣੇ ਕੋਈ ਗੱਲ ਨਹੀਂ,
ਜਦੋਂ ਵਿਰੋਧ ਹੁੰਦਾ ਉਹ 'ਚੋਂ ਵਿਕਾਸ ਪੈਦਾ ਹੁੰਦਾ। ਸਿੱਖਾਂ ਦਾ ਪੰਥ ਆ ਜਿਹੜਾ, ਗੁਰੂ ਸਾਹਿਬ ਨੇ ਸਿਧਾਂਤ ਦਿੱਤਾ ਪੰਜ ਪ੍ਰਧਾਨੀ ਦਾ, ਡਿਕਟੇਟਰਸ਼ਿਪ ਨਹੀਂ ਦਿੱਤੀ। ਪੰਜ ਬੰਦਿਆਂ ਦਾ ਜੋ ਮਤਾ ਹੋਏਗਾ ਉਹਨੂੰ ਮਤਾ ਕਿਹਾ ਜਾਏਗਾ, ਉਹਨੂੰ ਗੁਰਮਤਾ ਦਾ ਨਾਮ ਦਿੱਤਾ ਗਿਆ। ਸੋ ਮੈਂ ਇਸ ਹਾਊਸ ਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਲੋਕਾਂ ਦਾ ਜਿਨ੍ਹਾਂ ਲੋਕਾਂ ਨੇ ਨਾ ਧੜੇ ਦੇਖੇ ਨੇ, ਨਾ ਆਪਸੀ ਵਿਚਾਰਕ ਵਖਰੇਵੇਂ ਦੇਖੇ ਨੇ, ਈਵਨ ਕਿ ਸਿਆਸੀ ਤੌਰ ਤੇ ਵੀ ਬਹੁਤ ਸਾਰੇ ਐਸੇ ਲੋਕ ਜਿਹੜੇ ਸਾਡੇ ਨਾਲ ਜਾਂ ਸਾਡੀਆਂ ਸੰਸਥਾਵਾਂ ਜਾਂ ਪਾਰਟੀਆਂ ਨਾਲ ਸਹਿਮਤ ਨਹੀਂ ਹੋਣਗੇ, ਉਹਨਾਂ ਨੇ ਵੀ ਬੜੀ ਬਖੂਬੀ ਇੱਕ ਆਵਾਜ਼ ਬੁਲੰਦ ਕੀਤੀ ਹੈ। ਤੇ ਮੈਂ ਇਸ ਹਾਊਸ ਦੇ ਵਿੱਚ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਪੰਜਾਬ ਦੇ ਉਸ ਹੰਕਾਰੀ ਮੁੱਖ ਮੰਤਰੀ ਜਿਹੜਾ ਕਿ ਏਜੰਡਾ ਦਿੱਲੀ ਤੋਂ ਲੈ ਕੇ ਆ ਰਿਹਾ ਉਸ ਨੂੰ ਸ਼ੀਸ਼ਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਤੇ ਜੇ ਤੁਹਾਡੀ ਇਜਾਜ਼ਤ ਹੋਵੇ ਉਹਨਾਂ ਸਾਰੇ ਲੋਕਾਂ ਦਾ ਸਨਮਾਨ ਮੇਰੇ ਮਨ ਦੇ ਅੰਦਰ ਹੈ। ਮੈਂ ਚਾਹੁੰਦਾ ਕਿ ਇਸ ਹਾਊਸ ਦੇ ਅੰਦਰ ਉਹਨਾਂ ਸਾਰੇ ਲੋਕਾਂ ਦੀ ਇਸ ਵਿਚਾਰ ਨੂੰ ਸਨਮਾਨ ਦਿੰਦੇ ਇੱਕ ਜਕਾਰਾ ਲਾਈਏ ਤਾਂ ਕਿ ਉਹਨਾਂ ਦੀ ਇਸ ਗੱਲ ਨੂੰ ਬਲ ਵੀ ਮਿਲੇ ਤੇ ਉਹਨਾਂ ਦੇ ਇਹਨਾਂ ਵਿਚਾਰਾਂ ਦਾ ਅਸੀਂ ਸਮਰਥਨ ਵੀ ਕਰ ਸਕੀਏ। ਬੋਲੇ ਸੋ ਨਿਹਾਲ। ਧੰਨਵਾਦ। ਮੈਂ ਹਮੇਸ਼ਾ ਇਹ ਜ਼ਿਕਰ ਕਰਦਾ ਹੁੰਦਾ ਭਾਵੇਂ ਕਿ 11 ਸਾਲ ਤੋਂ ਕਿਸੇ ਨਾ ਕਿਸੇ ਢੰਗ ਨਾਲ ਸੇਵਾ ਨਿਭਾਉਣ ਦਾ ਮੌਕਾ ਮਿਲਿਆ, ਕਦੇ ਨਹੀਂ ਇਹ ਕਿਹਾ ਕਿ ਹਾਊਸ ਦੇ ਵਿੱਚ ਬੈਠੇ ਲੋਕ ਸਾਡੇ ਵਿਰੋਧੀ ਧਿਰ ਹੈ। ਵਿਚਾਰਾਂ ਦਾ ਵਖਰੇਵਾ ਹੋ ਸਕਦਾ ਹੈ, ਕਦੇ ਇਸ ਤਰ੍ਹਾਂ ਦਾ ਵਿਚਾਰ ਨਹੀਂ ਲਿਆਉਂਦਾ ਕਿਉਂਕਿ ਜਿੰਨੇ ਲੋਕ ਚੁਣ ਕੇ ਆਏ ਨੇ ਉਹ ਲੋਕ ਸਿੱਖ ਪੰਥ ਨੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਵਾਸਤੇ ਚੁਣ ਕੇ ਭੇਜੇ ਨੇ। ਸੋ ਤੁਹਾਡਾ ਸਾਰਿਆਂ ਦਾ ਸਨਮਾਨ ਹੈ। ਪਰ ਮੈਂ ਇੱਕ ਬੇਨਤੀ ਕਰਾਂਗਾ, ਅੱਜ ਕੁੱਲ ਦੁਨੀਆ ਦੇ ਅੰਦਰ ਤੇ ਖਾਸ ਤੌਰ ਤੇ ਇਹ ਚੰਡੀਗੜ੍ਹ ਵਿੱਚ ਬੈਠੇ ਤੇ ਦਿੱਲੀ ਦੇ ਇੱਕ ਕੋਨੇ ਵਿੱਚ ਬੈਠੇ ਕੁਝ ਲੋਕ ਤੁਹਾਡੇ ਇਸ ਪ੍ਰੋਗਰਾਮ ਤੇ ਬਹੁਤ ਡੂੰਘੀ ਨਿਗਾਹ ਟਿਕਾਈ ਹੋਈ ਹੈ। ਉਹ ਇਸ ਗੱਲ ਦਾ ਭੁਲੇਖਾ ਖਾ ਰਹੇ ਨੇ ਕਿ ਜਿਹੜੀ ਗੱਲ ਅਸੀਂ ਚਲਾਈ ਸੀ ਉਹ ਗੱਲ ਅੱਗੇ ਕਿਵੇਂ ਵੱਧਦੀ ਆ। ਉਹ ਦੁਬਦਾ ਵੀ ਪਾਉਣਗੇ, ਉਹ ਬਹੁਤ ਸਾਰੀਆਂ ਐਸੇ ਹਾਲਾਤ ਵੀ ਪੈਦਾ ਕਰਨਗੇ। ਤੁਹਾਡੇ ਪ੍ਰਧਾਨ ਸਾਹਿਬ ਦੇ ਬਾਰੇ 'ਚ ਬੇਲੋੜੇ ਟਵੀਟ ਕੀਤੇ ਜਾਂਦੇ ਨੇ। ਸਿਆਸੀ ਤੌਰ ਤੇ ਲੜਾਈ ਹੋਣੀ ਚਾਹੀਦੀ ਹੈ, ਕੋਈ ਗੱਲ ਨਹੀਂ, ਪਰ ਸਿੱਧੇ ਤੌਰ ਤੇ ਤੁਹਾਡੀ ਧਾਰਮਿਕ ਸੰਸਥਾ ਦੇ ਵਿੱਚ ਦਖਲ ਹੈ ਤੇ ਆਉਣ ਵਾਲੇ ਤੁਹਾਡੇ ਫੈਸਲਿਆਂ ਤੇ ਮਜ਼ਾਕ ਕੀਤਾ ਜਾ ਰਿਹਾ। ਮੈਂ ਕਿਹਾ ਫੈਸਲੇ ਤਾਂ ਪੰਥ ਨੇ ਕੀਤੇ ਨੇ, ਕਿਸੇ ਸਿਆਸੀ ਵਿਅਕਤੀ ਜਾਂ ਕਿਸੇ ਸਿਆਸੀ ਪਰਿਵਾਰ ਦਾ ਇਸ ਫੈਸਲੇ ਨਾਲ ਕਿੱਥੇ ਸੰਬੰਧ ਹੈ? ਕਿਉਂਕਿ ਇਤਿਹਾਸ ਇਸ ਗੱਲ ਦਾ ਗਵਾਹ ਹੈ। ਇਸ ਹਾਊਸ ਨੇ ਉਹੋ ਜਿਹੇ ਫੈਸਲੇ ਕਰਨੇ ਨੇ ਜਿਹੜੇ ਫੈਸਲੇ ਪੰਥ ਨੇ ਪਿਛਲੇ ਸਮੇਂ 'ਚ ਕੀਤੇ ਆ। ਇਤਿਹਾਸ ਨੇ ਸਾਨੂੰ ਕਿਹਾ ਕਿ ਕਦੇ ਵੀ ਕਿਸੇ ਢੰਗ ਨਾਲ ਕਿਸੇ ਵੀ ਜਾਬਰ ਜ਼ਾਲਮ ਜਾਂ ਕਿਸੇ ਹੰਕਾਰੀ ਦਾ ਇਸ ਤਰ੍ਹਾਂ ਦਾ ਹੰਕਾਰ ਜਿਹੜਾ ਇੱਥੇ ਸਿਰ ਚੜ ਕੇ ਨਹੀਂ ਬੋਲੇਗਾ ਕਿ ਸਿੱਖਾਂ ਦੀ ਸੰਸਥਾ ਵਿੱਚ ਪ੍ਰਬੰਧਾਂ ਵਿੱਚ ਕੋਈ ਦਖਲ ਦਿੱਤਾ ਜਾ ਸਕੇ। ਤੇ ਮੈਂ ਮੀਡੀਆ ਨੂੰ ਕਿਹਾ ਕਿ ਇਹ ਵੀ ਫੈਸਲਾ। ਸੋ ਮੈਂ ਹੱਥ ਜੋੜ ਕੇ ਬੇਨਤੀ ਕਰਦਾ, ਇੱਕ ਨਿਮਾਣਾ ਜਿਹਾ ਸੇਵਾਦਾਰ ਹਾਂ ਕਿ ਅੱਜ ਦਾ ਜਿਹੜਾ ਹਾਊਸ ਹੈ ਇਸ ਹਾਊਸ ਦੇ ਵਿੱਚੋਂ ਇੱਕ ਸੁਰ ਜਿਹੜੀ ਆ ਨਿਕਲਣੀ ਚਾਹੀਦੀ ਹੈ। ਇਹ ਤੁਹਾਡੀ ਇੱਕ ਸੁਰ ਉਸ ਸਾਡੀ ਸੰਸਥਾ ਨੂੰ ਜਿਹਦੇ 100 ਸਾਲ ਪੂਰੇ ਕੀਤੇ ਨੇ। ਇੱਥੇ ਰਾਜਸੀ ਪਾਰਟੀਆਂ ਹੈ ਜਿਨ੍ਹਾਂ ਨੇ 100 ਸਾਲ ਦੇ ਕਰੀਬ ਸਫ਼ਰ ਕੀਤਾ, ਪਰ ਇੱਕੋ ਇੱਕ ਧਾਰਮਿਕ ਸੰਸਥਾ ਜੋ ਦੁਨੀਆ ਦੇ ਅੰਦਰ ਚੁਣੀ ਹੋਈ ਸੰਸਥਾ, ਪ੍ਰਵਾਨਿਤ ਸੰਸਥਾ ਜਿਹਦਾ ਅਸਰ ਹੈ ਕੁੱਲ ਦੁਨੀਆ ਦੇ ਅੰਦਰ ਤੇ ਮਰਜ਼ਾਦਾ ਚਲਾਉਣ ਲਈ, ਪ੍ਰਬੰਧ ਚਲਾਉਣ ਵਾਸਤੇ ਵੱਡੇ ਉਪਰਾਲੇ ਕਰ ਰਹੀ ਹੈ। ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ, ਅੱਜ ਤੁਹਾਡੇ ਕਿਸੇ ਵੀ ਜਿਹੜਾ ਫੈਸਲਾ ਹੋਣਾ ਉਹ ਸਿੱਧੇ ਦੇ ਸਿੱਧੇ ਤੌਰ ਤੇ ਜਿਹੜੀ ਆਈ ਚੁਣੌਤੀ ਆ ਇੱਕ ਨੁਕਾਤੀ ਪ੍ਰੋਗਰਾਮ ਕਿ ਕਿਸੇ ਵੀ ਤਰ੍ਹਾਂ ਕੋਈ ਵਿਅਕਤੀ, ਕੋਈ ਸੰਸਥਾ, ਕੋਈ ਸਰਕਾਰ, ਕੋਈ ਰਾਜਾ ਹੰਕਾਰ ਦੇ ਵਿੱਚ ਆ ਕੇ ਇਸ ਤਰ੍ਹਾਂ ਦੀ ਮਨਸ਼ਾ ਨੂੰ ਦੁਬਾਰਾ ਇਤਿਹਾਸ ਦੇ ਵਿੱਚ ਨਾ ਲੈ ਕੇ ਆਵੇ। ਕਿ ਪਿਛਲੇ ਸਮੇਂ 'ਚ ਆਪਾਂ ਦੇਖਿਆ ਕਿ ਬੜੇ ਚੜ ਕੇ ਆਏ ਪਰ ਕਿਸੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬੁਨਿਆਦ ਨੂੰ ਖੋਰਾ ਲਾਉਣ ਲਈ, ਕਮਜ਼ੋਰ ਕਰਨ ਲਈ ਇਹ ਗੱਲਾਂ ਨਹੀਂ ਕੀਤੀਆਂ। ਅੱਜ ਇਹ ਪਹਿਲੀ ਵਾਰ ਹੋਇਆ ਤੇ ਮੈਂ ਤੁਹਾਡੇ ਸਭ ਦੇ ਜਜ਼ਬਾਤਾਂ ਦੀ ਸਤਿਕਾਰ ਵੀ ਕਰਦਾ। ਮੈਂ ਬੇਨਤੀ ਕਰਾਂਗਾ, ਜਿੰਨੇ ਮਰਜ਼ੀ ਵਿਚਾਰ ਕਰਨੇ ਚਾਹੀਦੇ ਨੇ, ਵਿਚਾਰ ਦੇ ਵਿੱਚੋਂ ਵਿਚਾਰ ਪੈਦਾ ਹੁੰਦਾ, ਵਿਚਾਰ ਵਿੱਚੋਂ ਮਜ਼ਬੂਤੀ ਆਉਂਦੀ ਆ, ਵਿਚਾਰ ਵਿੱਚੋਂ ਚੰਗੇ ਪ੍ਰਬੰਧਾਂ ਦੀ ਗੱਲ ਨਿਕਲਦੀ ਆ। ਪਰ ਇੱਕ ਨੁਕਾਤੀ ਪ੍ਰੋਗਰਾਮ ਅੱਜ ਤੁਹਾਡੇ ਸਾਰਿਆਂ ਵੱਲੋਂ ਇਹ ਹੋਣਾ ਚਾਹੀਦਾ ਕਿ ਜਿਹੜੀ ਗੱਲ ਉਹਨੇ ਕੀਤੀ ਆ ਪੰਜਾਬ ਦੇ ਮੁੱਖ ਮੰਤਰੀ ਨੇ ਉਸ ਨੂੰ ਮੂੰਹ ਤੋੜ ਜਵਾਬ ਦਈਏ ਕਿ ਤੇਰੀ ਇਹ ਜੁਰਤ ਜਾਂ ਔਕਾਤ ਜਾਂ ਕੋਈ ਇਸ ਤਰ੍ਹਾਂ ਦਾ ਮੁੱਦਾ ਨਹੀਂ ਹੈ, ਕੋਈ ਇਸ ਤਰ੍ਹਾਂ ਦੀ ਗਵਾਹੀ ਨਹੀਂ ਹੈ ਤੇ ਕੋਈ ਇਸ ਤਰ੍ਹਾਂ ਦਾ ਕਾਨੂੰਨ ਨਹੀਂ ਹੈ ਕਿ ਸਿੱਖਾਂ ਦੇ ਧਾਰਮਿਕ ਮਾਮਲਿਆਂ 'ਚ ਉਹਦੀ ਸੰਸਥਾ ਦੇ
ਵਿੱਚ ਦਖਲ ਦੇਣ ਦਾ ਕੋਈ ਐਲਾਨ ਕਰ ਸਕੇ, ਕਿਉਂਕਿ ਤੁਹਾਡੇ ਕੋਲ ਬਹੁਤ ਵੱਡੀ ਸ਼ਕਤੀ ਆ। ਪਿਛਲੇ ਸਮੇਂ ਦੇ ਅੰਦਰ ਇਹ ਪ੍ਰਵਾਨਿਤ ਵੀ ਹੋਇਆ, ਪ੍ਰਚਲਿਤ ਵੀ ਹੋਇਆ ਕਿ ਜਿਹੜਾ ਜਨਰਲ ਇਜਲਾਸ ਜੋ ਫੈਸਲਾ ਕਰਦਾ ਉਸ ਤੋਂ ਬਗੈਰ ਕੋਈ ਵੀ ਸ਼ਕਤੀ ਜਿਹੜੀ ਆ ਇਸ ਵਿੱਚ ਦਖਲ ਨਹੀਂ ਦੇ ਸਕਦੀ। ਮੈਂ ਭਾਵੇਂ ਸਰੀਰਕ ਤੌਰ ਤੇ ਜ਼ਿਆਦਾ ਠੀਕ ਨਹੀਂ ਸੀ, ਪਰ ਮੇਰਾ ਮਨ ਕੀਤਾ। ਪ੍ਰਧਾਨ ਜੀ ਤੁਹਾਡਾ ਧੰਨਵਾਦ ਹੈ ਕਿ ਸਮੁੱਚੇ ਮੈਂਬਰ ਸਾਹਿਬਾਨ ਦੇ ਚਰਨਾਂ ਵਿੱਚ ਬੇਨਤੀ ਕਰਨ ਦਾ ਤੁਸੀਂ ਮੈਨੂੰ ਮੌਕਾ ਬਖਸ਼ਿਆ। ਮੈਂ ਫਿਰ ਮੁੜ ਕੇ ਇਹ ਕਹਾਂਗਾ ਕਿ ਇਹ ਇਤਿਹਾਸ, ਇਹ ਜਿਹੜਾ ਜਨਰਲ ਇਜਲਾਸ ਆ ਬੜਾ ਵੱਡਾ ਇਤਿਹਾਸ ਸਿਰਜ ਰਿਹਾ, ਇਤਿਹਾਸ ਦੇ ਪੰਨੇ ਨੇ, ਇਸ ਨੂੰ ਬੜੀ ਪ੍ਰਮੁੱਖਤਾ ਦੇਣੀ ਆ। ਤੇ ਅੱਜ ਦੁਨੀਆ 'ਚ ਬੈਠੇ ਲੋਕ ਜਿਹੜੇ ਆ ਸਿੱਖ ਪੰਥ ਦੇ ਤੇ ਸਿੱਖ ਪੰਥ ਦੀਆਂ ਵਿਰੋਧੀ ਸ਼ਕਤੀਆਂ ਇਸ ਇਜਲਾਸ ਤੇ ਨਿਗਾਹ ਲਾ ਕੇ ਬੈਠੀਆਂ ਨੇ ਤੇ ਉਡੀਕ ਕਰ ਰਹੀਆਂ ਨੇ ਕਿ 2 ਘੰਟੇ ਬਾਅਦ ਕੀ ਫੈਸਲਾ ਹੋਣ ਜਾ ਰਿਹਾ। ਮੀਡੀਆ ਜਿਹੜਾ ਇਸ ਆਪਣੇ ਟੀਵੀ ਚੈਨਲਾਂ ਤੇ ਚਲਾਏਗਾ। ਸੋ ਬੇਨਤੀ ਕਰਾਂਗਾ ਹੱਥ ਜੋੜ ਕੇ ਕਿ ਜਿਹੜਾ ਇਹ ਫੈਸਲਾ ਆਵੇ ਉਹ ਤੁਹਾਡੀ ਇਕਜੁੱਟਤਾ ਤੇ ਇੱਕ ਨੁਕਾਤੀ ਪ੍ਰੋਗਰਾਮ ਹੋਵੇ। ਮੇਰੀ ਇਹ ਨਿਮਾਣੇ ਜਿਹੇ ਸੇਵਾਦਾਰ ਦੀ ਬੇਨਤੀ ਹੈ, ਕਿਰਪਾ ਕਰਕੇ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ ਯਾਨੀ ਰਘਬੀਰ ਸਿੰਘ ਜੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦਾ ਇੱਥੇ ਪੁੱਜਣ ਤੇ ਉਹਨਾਂ ਨੂੰ ਜੀ ਆਇਆਂ ਵੀ ਕਹਿੰਦਾ ਤੇ ਧੰਨਵਾਦ ਵੀ ਕਰਦਾ। ਹੁਣ ਮੈਂ ਮਾਨਯੋਗ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੇ ਵਿਚਾਰ ਮੈਂਬਰ ਸਾਹਿਬਾਨ ਨਾਲ ਸਾਂਝੇ ਕਰਨ। ਬੋਲਦੇ ਬੈਂਸ ਸਾਹਿਬ ਪੂਰਾ ਤਕਾਲਾਂ ਤੱਕ, ਪੂਰਾ ਮੇਰਾ ਵਾਅਦਾ, ਪੂਰਾ ਤਕਾਲਾਂ ਤੱਕ, ਹਾਂ ਪੂਰੇ ਤਕਾਲਾਂ ਤੱਕ, ਕੋਈ ਗੱਲ ਨਹੀਂ, ਕੋਈ ਰਹੂਗਾ ਨਹੀਂ। ਪਰਮ ਸਤਿਕਾਰਯੋਗ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਗੋਦ ਵਿੱਚ ਤਖਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ, ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ, ਸਾਬਕਾ ਸਾਡੇ ਪ੍ਰਧਾਨ ਬੀਬੀ ਜਗੀਰ ਕੌਰ ਜੀ ਤੇ ਸਮੁੱਚੇ ਤੌਰ ਤੇ ਸਾਰੇ ਅਹੁਦੇਦਾਰ ਸਾਹਿਬਾਨ ਤੇ ਮੈਂਬਰ ਸਾਹਿਬਾਨ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬੈਂਸ ਸਾਹਿਬ ਨੇ ਕਿਹਾ ਵੀ ਬਾਅਦ ਚ ਵੀ ਬੋਲੂੰਗਾ, ਤੁਹਾਨੂੰ ਵੀ ਸਾਰਿਆਂ ਨੂੰ ਸਮਾਂ ਦਿੱਤਾ ਜਾਊਗਾ, ਇਹਦੇ ਵਿੱਚ ਨਿਰਸੰਦੇਹ ਕੋਈ ਗੱਲ ਨਹੀਂ। 1925 ਚ ਭਾਵੇਂ ਐਕਟ ਬਣਿਆ, ਪਰ ਜਿੰਨਾ ਕੁ ਇਤਿਹਾਸ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਜਿਸ ਵੇਲੇ ਸਾਡੇ ਬਜ਼ੁਰਗਾਂ ਨੇ ਇਹ ਐਕਟ ਬਣਾਉਣ ਤੋਂ ਪਹਿਲਾਂ ਕਮੇਟੀ ਕਨਸਟੀਟਿਊਟ ਕੀਤੀ ਸੀ ਤੇ ਯਾਦ ਕਰੋ ਉਸ ਵੇਲੇ ਦੀ ਸਰਕਾਰ ਨੇ ਆਪ ਨੋਮੀਨੇਟ ਕਰ ਦਿੱਤੇ ਸੀ ਮੈਂਬਰ, ਜਿਵੇਂ ਅੱਜ ਹਰਿਆਣੇ 'ਚ ਕੀਤੇ ਆ। ਪਰ ਸਾਡੇ ਬਜ਼ੁਰਗ ਬੜੇ ਸਿਆਣੇ ਤੇ ਸੂਝਵਾਨ ਸੀ, ਉਹਨੇ ਸਾਰਾ ਰੱਦ ਕਰਕੇ ਸ੍ਰੀ ਅਕਾਲ ਤਖਤ ਦੀ ਤਾਬਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਆਪ ਕੀਤੀ, ਮੈਂਬਰ ਸਾਹਿਬਾਨ ਆਪ ਬਣਾਏ। ਇਹ ਸਾਡਾ 103 ਸਾਲ ਪੁਰਾਣਾ ਇਤਿਹਾਸ ਆ, ਜਿਹੜਾ ਅੱਜ ਵੀ ਨਵਾਂ ਨਰੋਆ, ਕਿਉਂਕਿ ਨਮਸਕਾਰ ਵੀ ਉਹਨਾਂ ਨੂੰ ਕਰਦੇ ਆ ਜਿਨ੍ਹਾਂ ਨੇ ਆਪਣਾ ਸਿੱਧਕ ਸਿੱਖੀ ਭਰੋਸਾ 1920 ਤੋਂ ਲੈ ਕੇ 1930 ਤੱਕ। ਇੱਕ ਦਿਨ ਇੱਥੇ ਸਾਡੇ ਡੈਂਟਲ ਡਾਕਟਰ ਆਏ, ਇੱਕ ਅਮਰੀਕਾ ਦੇ ਵਿੱਚ ਰਹਿੰਦੇ ਆ, ਉਹ ਕਹਿੰਦਾ ਜਿੰਨਾ ਹਾਈ ਕੋਰਟ ਲਾਹੌਰ ਦੇ ਵਿੱਚ ਕੇਸ ਚੱਲੇ ਤੇ ਜਿੰਨਾ ਉਹਨੇ ਉੱਥੇ ਲਾਇਬ੍ਰੇਰੀ ਜਿਹੜੀ ਲਾਹੌਰ ਦੇ ਵਿੱਚ ਆ ਉਹ ਲਿਟਰੇਚਰ ਸਾਂਭ ਕੇ ਆਇਆ, ਉਹ ਕਹਿੰਦਾ 20 ਤੋਂ 30 ਤੱਕ ਕੋਈ ਇਹੋ ਜਿਹੇ ਵੀ ਮੈਂਬਰ ਸੀਗੇ ਜਿਨ੍ਹਾਂ ਆਪਣੇ ਘਰਾਂ ਦੀਆਂ ਜਾਇਦਾਦਾਂ ਵੇਚ ਕੇ ਇਹ ਕਹਿ ਦਿੱਤਾ ਘਰਦਿਆਂ ਨੂੰ ਵੀ ਹੁਣ ਜਿੰਨਾ ਕੁ ਤੁਸੀਂ ਰੱਖਣਾ ਸੀ ਰੱਖ ਲਿਆ, ਬਾਕੀ ਸਾਰਾ ਉੱਥੇ ਕੇਸਾਂ ਤੇ ਲਾਇਆ। ਉਹਨਾਂ ਕੇਸਾਂ ਦੀ ਪੈਰਵਹੀ ਕੀਤੀ। ਇੱਕ ਪਾਸੇ ਮਹੰਤ ਸੀਗੇ, ਇੱਕ ਪਾਸੇ ਗੁਰੂ ਕੇ ਖਾਲਸੇ ਸੀ, ਸਿੱਧਕ ਵਾਲੇ ਸਿੱਖ ਸੀ। ਅੱਜ ਜਿਹੜੇ ਮੈਂ ਆਪਣੇ ਆਪ ਤੇ ਨਿਗਾਹ ਮਾਰਦਾ, ਮੈਨੂੰ ਬੌਨਾਪਨ ਵਿੱਚੋਂ ਆਪਣੇ ਨਜ਼ਰ ਆਉਂਦਾ ਕਿ ਕਿਹੋ ਜਿਹੀਆਂ ਸ਼ਖਸੀਅਤਾਂ ਸੀ ਜਿਨ੍ਹਾਂ ਨੇ ਸਾਰਾ ਕੁਝ ਵੇਚ ਕੇ 30 ਤੱਕ ਕੇਸ ਲੜੇ, ਉਹ ਵੀ ਲਾਹੌਰ ਹਾਈ ਕੋਰਟ ਦੇ ਵਿੱਚ, ਜਿਹਦਾ ਸਾਰਾ ਰਿਕਾਰਡ ਅੱਜ ਉੱਥੇ ਮੌਜੂਦ ਆ। ਉਹ ਤੋਂ ਇਲਾਵਾ ਫਿਰ ਇਹ ਸਿਸਟਮ ਇਦਾਂ ਹੀ ਚੱਲਦਾ ਰਿਹਾ। ਫਿਰ ਅੱਜ ਤੋਂ 64 ਸਾਲ ਪਹਿਲਾਂ, ਇਹ ਅੱਜ ਦੇ ਇਜਲਾਸ ਨੂੰ ਐਵੇਂ ਨਾ ਸਮਝੋ ਵੀ ਆਪਾਂ ਐਵੇਂ ਸਮਝਾਂਗੇ, ਇਤਿਹਾਸ ਬਣਨਾ ਇਹ ਕਿ 1899 58 ਤੋਂ ਲੈ ਕੇ 59 ਤੱਕ ਫਿਰ ਇੱਕ ਯਤਨ ਕੀਤਾ। ਆਪਾਂ ਅੱਜ ਤੱਕ ਕੁਝ ਵੀ ਨਹੀਂ ਗਏ ਉਹਨਾਂ ਦੇ ਮੁਕਾਬਲੇ। ਉਸ ਵੇਲੇ ਦਾ ਮੁੱਖ ਮੰਤਰੀ ਸਰਦਾਰ ਪ੍ਰਤਾਪ ਸਿੰਘ ਕੈਰੋਂ,
ਜਿਹਨੂੰ ਪੰਡਿਤ ਜਵਾਹਰ ਲਾਲ ਨਹਿਰੂ ਸ਼ੇਰੇ ਪੰਜਾਬ ਕਹਿੰਦਾ ਸੀ, ਜਿਹਨੇ ਮਾਸਟਰ ਤਾਰਾ ਸਿੰਘ ਜੀ ਜਿਹੜੇ ਸਿਰਮੌਰ ਸ਼ਖਸੀਅਤ ਸੀ ਸਿੱਖ ਪੰਥ ਦੀ, ਉਹਨਾਂ ਦੇ ਨਾਲ ਦਸਤ ਪੰਜਾ ਵੀ ਲਿਆ। ਉਹਨਾਂ ਤੋਂ ਇਲਾਵਾ ਜਥੇਦਾਰ ਮੋਹਨ ਸਿੰਘ ਤੁੜ ਨਾਲ ਵੀ 10 ਪੰਜਾ ਲਿਆ। ਪਰ ਮੈਂ ਤਾਂ ਦਾਤ ਦਿੰਦਾ ਉਹਨਾਂ ਮਹਾਂਪੁਰਸ਼ਾਂ ਨੂੰ, ਮਹਾਂਪੁਰਸ਼ੇ ਸੀ ਜਿਹੜੇ ਸੱਚ ਤੇ ਖੜਦੇ ਸੀ, ਕਿ ਮਾਸਟਰ ਤਾਰਾ ਸਿੰਘ ਜੀ ਨੇ ਜਿਸਲੇ ਨੀਅਤ ਦੇਖੀ ਪਈ ਪੈਪਸੂ ਨੂੰ ਵਿੱਚ ਰਲਾ ਕੇ ਮੈਂਬਰ ਨੋਮੀਨੇਟ ਕਰਨਗੇ ਤੇ ਫਿਰ ਇੱਥੇ ਸਰਕਾਰੀ ਕਬਜ਼ਾ ਹੋਊਗਾ, ਉਹਨਾਂ ਨੇ ਇੱਕ ਜਦੋਜਹਿਦ ਸ਼ੁਰੂ ਕੀਤੀ। ਜੇ ਜਦੋ ਜਹਿਦ ਤਦ ਜਿਹਨੂੰ ਆਪਾਂ ਕਹਿੰਦੇ ਨੇ ਸਮਝੌਤਾ, ਇਹ ਵੀ ਉਦੋਂ ਵੀ ਚੱਲੀ ਸੀ ਗੱਲ ਪਈ 2 ਮੈਂਬਰ ਇਧਰੋਂ ਲੈ ਲਾ, 2 ਉਧਰੋਂ ਲੈ ਲਈਏ ਸ਼੍ਰੋਮਣੀ ਕਮੇਟੀ ਵੱਲੋਂ, ਤੇ ਬੈਠ ਕੇ ਕੋਈ ਸਾਲਸੀ ਫੈਸਲੇ ਕਰ ਲਈਏ। ਪਰ ਇੱਥੇ ਅਜਲਾਸ ਦਾ ਮਤਾ ਆ 1959 ਦਾ ਕਿ ਉਹਨਾਂ ਨੇ ਕਿਹਾ ਨਹੀਂ, ਕੋਈ ਸਰਕਾਰੀ ਦਖਲਅੰਦਾਜ਼ੀ ਨਹੀਂ ਕੀਤੀ ਜਾਊਗੀ ਬਰਦਾਸ਼ਤ, ਕੇਵਲ ਅਗਾਂਹ ਤੋਂ ਜਿਸਲੇ ਵੀ ਕੋਈ ਇਹਦੇ ਵਿੱਚ ਅਮੈਂਡਮੈਂਟ ਦੀ ਲੋੜ ਹੋਈ 2/3 ਮਤਾ ਮੈਂਬਰ ਸਹਿਬਾਨ ਪਾ ਕੇ ਭੇਜਣਗੇ, ਫਿਰ ਉਹਦੇ ਤੇ ਗੌਰ ਕੀਤਾ ਜਾ ਸਕਦਾ। ਤੇ ਮੈਨੂੰ ਇਹ ਵੀ ਗੱਲ ਦਾ ਮਾਣ ਆ ਕਿ ਉਹ ਸਾਡੇ ਬਜ਼ੁਰਗਾਂ ਦੇ ਕੀਤੇ ਕਾਰਨਾਮੇ, ਜਿੰਨੀਆਂ ਵੀ ਹੁਣ ਤੱਕ ਕੋਈ ਦਰਪੇਸ਼ ਅਮੈਂਡਮੈਂਟਸ ਹੋਈਆਂ, ਉਹ ਸਾਰੀਆਂ ਜਨਰਲ ਹਾਊਸ ਦੇ ਵਿੱਚੋਂ ਮਤੇ ਪਾ ਕੇ ਗਈਆਂ, ਜਿਨ੍ਹਾਂ ਦੇ ਵਿੱਚ ਸਭ ਤੋਂ ਆ ਜਿਹੜੀ ਸਾਡੇ ਬੀਬੀਆਂ ਦੀ ਰਾਖਵਾਂ ਕਰਨ ਸੀ, ਉਦੋਂ ਦੇਵ ਗੌੜੇ ਪ੍ਰਾਈਮ ਮਿਨਿਸਟਰ ਸੀ ਆਨਰੇਬਲ ਇਸ ਇੰਡੀਆ ਦੇ, ਉਸ ਵੇਲੇ ਵੀ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਜੀ ਟੌੜਾ, ਉਹਨਾਂ ਨੂੰ ਕੌਨਫੀਡੈਂਸ ਲੈ ਕੇ ਇਹ 30 ਔਰਤਾਂ ਲਈ ਸੀਟਾਂ ਰਿਜ਼ਰਵ ਕੀਤੀਆਂ ਸੀ। ਇਹ ਉਸ ਵੇਲੇ ਦੇ ਪ੍ਰਾਈਮ ਮਿਨਿਸਟਰ ਨੇ ਕਿਹਾ ਸੀ, ਮੈਂ ਜਿੰਨਾ ਚਿਰ ਸ਼੍ਰੋਮਣੀ ਕਮੇਟੀ ਇਹ ਤੇ ਮੋਹਰ ਨਹੀਂ ਲਾਉਂਦੀ, ਮੈਂ ਉਹਨਾਂ ਚਿਰ ਕੋਈ ਕਾਰਵਾਈ ਨਹੀਂ ਕਰਨੀ। ਫਿਰ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ, ਮੇਰੇ ਤੋਂ ਵੱਧ ਜਾਣਦੇ, ਮੈਂ ਤੁਹਾਨੂੰ ਸਿਰਫ ਇੱਕ ਰਿਪੀਟ ਕਰਕੇ ਇਹ ਦੱਸਣਾ ਚਾਹੁੰਦਾ ਵੀ ਅੱਜ ਦੇ ਹਾਊਸ ਦਾ ਮਹੱਤਵ ਕੀ ਆ। ਫਿਰ 2016 ਦੇ ਵਿੱਚ 2004 ਦੀ ਨੋਟੀਫਿਕੇਸ਼ਨ ਨੂੰ ਵੀ ਚੇਤੇ ਕਰੋ, ਉਹ ਵੀ ਇੱਕ ਨੋਟੀਫਿਕੇਸ਼ਨ ਦੇ ਰੂਪ ਦੇ ਵਿੱਚ ਆਈ ਸੀ ਕਿ ਰਾਈਟ ਟੂ ਵੋਟ ਸਹਿਜਧਾਰੀ ਨੂੰ ਨਹੀਂ ਹੋਊਗਾ। ਸਹਿਜਧਾਰੀ ਕੌਣ ਸੀ? ਜਿਹਦੇ ਸਿਰ ਤੇ ਕੇਸ ਨਹੀਂ ਸੀ, ਦਾੜੀ ਨਹੀਂ ਸੀ, ਉਹਨੂੰ ਸਹਿਜਧਾਰੀ ਨਹੀਂ ਸੀ ਮੰਨਿਆ ਗਿਆ। ਤੇ ਫਿਰ ਸਹਿਜਧਾਰੀ ਫੈਡਰੇਸ਼ਨ ਨੇ, ਰਹਾਣੂ ਨੇ ਇੱਕ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ। ਉਸ ਪਟੀਸ਼ਨ ਦੇ ਵਿੱਚ ਹੋਇਆ ਕਿ ਹਾਈ ਕੋਰਟ ਨੇ ਇਹ ਨਿਰਣਾ ਕੀਤਾ ਕਿ ਬਾਈ ਨੋਟੀਫਿਕੇਸ਼ਨ ਇਸ ਐਕਟ ਦੀ ਕੋਈ ਪ੍ਰੋਵੀਜ਼ਨ ਨਹੀਂ, ਇਸ ਕਰਕੇ ਅਸੀਂ ਇਸ ਨੋਟੀਫਿਕੇਸ਼ਨ ਨੂੰ ਰੱਦ ਕਰਦੇ ਹਾਂ। ਕਈ ਤਾਂ ਕਹਿੰਦੇ ਸੀ ਸ਼੍ਰੋਮਣੀ ਕਮੇਟੀ ਕੇਸ ਹਾਰ ਗਈ, ਪਰ ਪ੍ਰਿੰਸੀਪਲੀ ਸਿਧਾਂਤਕ ਤੌਰ ਤੇ ਫੈਸਲਾ ਹਾਈ ਕੋਰਟ ਨੇ ਜੋ ਕੀਤਾ ਸੀ ਉਹ ਸਾਡੀਆਂ ਪੁਰਾਣੀਆਂ ਪਰੰਪਰਾਵਾਂ ਦੇਖ ਕੇ ਕੀਤਾ ਸੀ। ਅਸੀਂ ਸੁਪਰੀਮ ਕੋਰਟ ਦੇ ਵਿੱਚ ਗਏ ਫੈਸਲੇ ਦੇ ਖਿਲਾਫ, ਤੇ ਸ਼੍ਰੀ ਰਾਜਨਾਥ ਉਸ ਵੇਲੇ ਹੋਮ ਮਿਨਿਸਟਰ ਸੀ, ਉਹਨਾਂ ਨੇ ਯਤਨ ਕੀਤਾ ਇਸ ਗੱਲ ਦਾ ਕਿ ਬਾਈ ਨੋਟੀਫਿਕੇਸ਼ਨ ਨਹੀਂ ਹੋ ਸਕਦਾ, ਉਲੰਘਣਾ ਹੋ ਗਈ। ਉਹਨਾਂ ਨੇ ਪਾਰਲੀਮੈਂਟ ਤੇ ਅਸੈਂਬਲੀ ਸਾਡੀ ਇੱਥੋਂ ਅਜਲਾਸ ਤੋਂ ਪ੍ਰਵਾਨਗੀ ਲੈ ਕੇ ਫਿਰ ਉੱਥੇ ਪਾਰਲੀਮੈਂਟ ਦੇ ਵਿੱਚ ਦੋਹਾਂ ਸਦਨਾਂ 'ਚੋਂ ਬਿੱਲ ਪੇਸ਼ ਕੀਤਾ, ਜਿਹਨੂੰ 2016 ਵਿੱਚ ਫਿਰ ਇਹ ਸਾਡਾ ਰਾਈਟ ਟੂ ਵੋਟ ਜਿਹੜਾ, ਜਿਹਨੂੰ ਆਪਾਂ ਕਹਿੰਦੇ ਸਹਿਜਧਾਰੀ, ਜਿਹੜਾ ਸਾਬਤ ਸੂਰਤ ਅੰਮ੍ਰਿਤ ਨਾ ਛਕਿਆ ਹੋਵੇ। ਮੇਰਾ ਕਹਿਣ ਤੋਂ ਭਾਵ ਇਹ ਪਰੰਪਰਾ ਅੱਜ ਤੱਕ ਚੱਲਦੀ ਆ ਤੇ ਅੱਜ ਤੱਕ ਸਰਜੀਤ ਆ। ਹੁਣ ਅੱਜ ਇਸ ਹਾਊਸ ਨੇ ਫੈਸਲਾ ਕਰਨਾ ਕਿ ਅਸੀਂ 64 ਸਾਲ ਪਹਿਲਾਂ ਸਾਡੇ ਬਜ਼ੁਰਗਾਂ ਨੇ ਪਿਰਤਾਂ ਪਾਈਆਂ ਸੀ, ਉੱਤੇ ਖੜੇ ਆ। 103 ਸਾਲ ਪਹਿਲਾਂ ਜਿਹੜੀਆਂ ਪਿਰਤਾਂ ਪਾਈਆਂ ਸੀ ਉੱਤੇ ਆਪਾਂ ਅੱਜ ਖੜੇ ਆ। ਕੀ ਆਪਾਂ ਅੱਜ ਵੀ ਸਰਕਾਰੀ ਦਖਲਅੰਦਾਜ਼ੀ ਨੂੰ ਆਪਣੇ ਮੰਨਾਂਗੇ? ਤੇ ਚੇਤਾ ਕਰੋ, ਆ ਪਿਛਲੇ ਦਿਨੀ ਇੱਕ ਬੁੱਕ ਰਿਲੀਜ਼ ਕੀਤੀ ਕਾਲਾ ਪਾਣੀ, ਤੇ ਕਾਲਾ ਪਾਣੀ ਇੱਕ ਇਹੋ ਜਿਹੀ ਜੇਲ੍ਹ ਆ, ਮੈਂ ਤਾਂ ਗਿਆ ਨਹੀਂ ਪਰ ਜਿੰਨੇ ਵੀ ਗਏ ਆ ਉਹ ਦੱਸਦੇ ਆ, ਸਮੁੰਦਰ ਦੇ ਵਿੱਚ ਇੱਕ ਟਾਪੂ ਸੀਗਾ, ਉਸ ਟਾਪੂ ਦੇ ਵਿੱਚੋਂ ਜੇ ਕਿਸੇ ਨੇ ਨਿਕਲਣਾ ਹੋਵੇ ਤੇ ਪਾਣੀ 'ਚ ਕੁੱਦਣਾ ਪੈਂਦਾ ਸੀ, ਛੱਡ ਨਹੀਂ ਸੀ ਸਕਦੇ, ਜੇਲ੍ਹ ਲੋਹਾ ਗਲ ਜਾਂਦਾ ਸੀ। ਲੋਕਾਂ ਦੇ, ਗੁਰੂ ਕੇ ਸਿੱਖਾਂ ਦੇ ਹੱਡ ਗਲ ਗਏ। ਗੁਰੂ ਕੇ ਸਿੱਖਾਂ ਨੂੰ ਕੋਕੜੂਆਂ ਵਾਲੀ ਦਾਲ ਉਹ ਵੀ ਇੱਕ ਵੇਲੇ ਤੇ ਪਾਉਣ ਨੂੰ ਦਿੰਦੇ ਸੀ ਬੋਰੀਆਂ। ਇਹ ਮੈਂ ਤਾਂ ਤੁਹਾਡੇ ਨਾਲ ਸਾਂਝਾ ਕਰ ਰਿਹਾ, ਤੁਹਾਡੀ ਧਰਮ ਦੀ ਆਜ਼ਾਦੀ ਨੇ ਉਸ ਵੇਲੇ ਦੇ ਇਹਨਾਂ ਲੀਡਰਾਂ ਨੂੰ ਇੱਕ ਇਹ ਦਿੱਤਾ, ਆਪਾਂ ਕਹਿ ਲਈਏ ਜਿਹਦੀ ਪਹਿਲ ਕੀਤੀ ਕਿ ਸਿੱਖਾਂ ਦੇ ਵਿੱਚ ਧਾਰਮਿਕ ਆਜ਼ਾਦੀ ਦੀ ਲੜਾਈ ਜਿੱਤੀ ਆ। ਸਿੱਖਾਂ ਨੂੰ ਦੇਸ਼ ਭਗਤੀ ਦਾ ਜਜ਼ਬਾ ਵੀ ਦਈਏ, ਤੇ ਉਸ ਦੇਸ਼ ਭਗਤੀ ਦੇ ਜਜ਼ਬੇ ਦੇ ਵਿੱਚ ਉਹ ਮੈਂ ਦੇਖਦਾ ਸੀ ਕਿਤਾਬ ਕਿ ਨੈਸ਼ਨਲ ਪੱਧਰ ਤੇ ਸਾਡੇ ਕਿਤੇ ਨਾਂ ਹੀ ਨਹੀਂ ਆਉਂਦੇ,
ਪਰ 235 ਨਾਂ ਉਹਨੇ ਲੋਕੇਟ ਕੀਤੇ, ਕਹਿੰਦੇ ਹਾਲੇ ਹੋਰ ਵੀ ਨਾਂ ਹੈਗੇ ਆ। ਇਹ ਕਾਰਨਾਮੇ ਸੀ ਉਹਨਾਂ ਬਜ਼ੁਰਗਾਂ ਦੇ ਜਿਹੜੇ ਚਲੇ ਗਏ, ਮੁੜ ਕੇ ਵਾਪਸ ਨਹੀਂ ਆਏ। ਉਹਨਾਂ ਤੇ ਥਾਪੜਾ ਸੀ ਕੇਵਲ ਤਾਂ ਕੇਵਲ ਗੁਰੂ ਸਾਹਿਬ ਜੀ ਦਾ। ਗੁਰੂ ਜੀ ਨੇ ਬਖਸ਼ਿਸ਼ ਕੀਤੀ, ਕਿਰਪਾ ਕਰਕੇ ਉਹਨਾਂ ਕੋਲੋਂ ਇਹ ਸਾਰੀਆਂ ਸੇਵਾਵਾਂ ਲਈਆਂ। ਮੈਂ ਨਿਮਰਤਾ ਸਹਿਤ ਬੇਨਤੀ ਕਰਦਾ, ਮੈਂ ਪਹਿਲਾਂ ਵੀ ਕਿਹਾ ਮਸਲਾ ਅੱਜ ਦਾ ਬਹੁਤ ਨਾਜ਼ੁਕ ਆ। ਇੱਕ ਨਕਾਤੀ ਕਿਉਂਕਿ ਸਪੈਸ਼ਲ ਵਿਸ਼ੇਸ਼ ਅਜਲਾਸ ਆ, ਇਹ ਅਜਲਾਸ ਦਾ ਲਫ਼ਜ਼ ਤੁਹਾਡਾ ਬੋਲਿਆ ਜਾਂ ਮੇਰਾ ਬੋਲਿਆ ਜਾਂ ਕੋਈ ਖਿਲਾਫ ਬੋਲਿਆ, ਸਾਰਾ ਇਹਦੇ ਵਿੱਚ ਨੋਟ ਹੋਣਾ। ਮੈਂ ਨਿਮਰਤਾ ਸਹਿਤ ਪਹਿਲਾਂ ਵੀ ਸਾਰਿਆਂ ਦਾ ਧੰਨਵਾਦ ਪਹਿਲੇ ਦਿਨ ਕੀਤਾ ਸੀ। ਜਿਹੜੇ ਵੀ ਇਸ ਹੱਕ ਵਿੱਚ ਬੋਲੇ ਆ, ਉਹ ਗੁਰੂ ਨੂੰ ਨਮਸਕਾਰ ਕਰਕੇ ਗੁਰੂ ਕੇ ਸਚਿਆਰੇ ਸਿੱਖਿਆ। ਤੇ ਹਰ ਇੱਕ ਸਿੱਖ ਦਾ ਫਰਜ਼ ਵੀ ਬਣਦਾ, ਤੇ ਤੁਹਾਡਾ ਖਾਸ ਕਰਕੇ ਜਿਹੜੇ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚੁਣ ਕੇ ਆਏ ਆ, ਕਿ ਤੁਸੀਂ ਅੱਜ ਉਸ ਫੈਸਲੇ ਤੇ ਵੀ ਮੋਹਰ ਲਾਓ। ਕਿਹੜਾ ਫੈਸਲਾ? ਜਿਹੜਾ ਸਾਡੇ ਵਿੱਚ ਸਿੱਧੀ ਦਖਲਅੰਦਾਜ਼ੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਕਟ ਦੇ ਵਿੱਚ ਕਿਸੇ ਨੂੰ ਕੋਈ ਅਧਿਕਾਰ ਨਹੀਂ, ਸੈਂਟਰ ਨੂੰ ਵੀ ਅਧਿਕਾਰ ਨਹੀਂ, ਪੰਜਾਬ ਨੂੰ ਤਾਂ ਹੈ ਹੀ ਨਹੀਂਗਾ। ਤੇ ਜੇ ਸੈਂਟਰ ਨੂੰ ਵੀ ਨਹੀਂ, ਉਹ ਹੈਗਾ ਅਧਿਕਾਰ ਜਿਲੇ ਅਸੀਂ ਲਿਖ ਕੇ ਦਿੰਨੇ ਆ, ਅਸੀਂ 2/3 ਬਹੁਮਤ ਨਾਲ ਮਤਾ ਪਾ ਕੇ ਭੇਜਦੇ ਆ, ਫਿਰ ਉਹਨਾਂ ਦਾ ਅਧਿਕਾਰ ਬਣਦਾ, ਪਹਿਲਾਂ ਉਹਨਾਂ ਦਾ ਵੀ ਅਧਿਕਾਰ ਕੋਈ ਨਹੀਂ। ਤੇ ਜੇ ਆਪਾਂ ਅੱਜ ਚੁੱਪ ਕਰਕੇ ਬੈਠੇ ਰਹੇ, ਆਪਣੀਆਂ ਸਿਆਸੀ ਰੋਟੀਆਂ ਸੇਕਦੇ ਰਹੇ ਜਾਂ ਆਪਣੇ ਵੱਖੋ ਵੱਖਰੇ ਧੜੇ ਪਾਦੇ ਰਹੇ, ਤੇ ਮੇਰਾ ਖਿਆਲ ਫਿਰ ਆਪਣੀ ਜਦੋਜਹਿਦ ਨੂੰ ਸੱਟ ਵੀ ਵੱਜੂਗੀ। ਨਿਮਰਤਾ ਸਹਿਤ ਸਾਰੇ ਹਾਊਸ ਨੂੰ ਬੇਨਤੀ ਕਰਦਾ, ਤੁਹਾਡੇ ਵਿਚਾਰ ਵੀ ਸਰਵਣ ਕਰਨੇ ਆ, ਸੁਣਨੇ ਵੀ ਆ, ਸਾਰਾ ਕੁਝ ਚੱਲੂਗਾ, ਕੋਈ ਦਿੱਕਤ ਨਹੀਂ। ਆਪਾਂ ਜਿਹੜੇ ਅੱਜ ਪਰਪਸ ਲਈ ਜਿਸ ਮਸਲੇ ਜੇ ਅੱਜ ਇਕੱਤਰ ਹੋਏ ਆ, ਮੈਂ ਆ ਚੰਦਕ ਲਾਈਨਾਂ ਲਿਖੀਆਂ, ਜੇ ਕੋਈ ਇਹਦੇ ਵਿੱਚ ਐਡ ਕਰਾਉਣੀ ਹੋਵੇ ਤੁਸੀਂ ਮੈਨੂੰ ਦੇ ਦਿਓ, ਤਾਂ ਕਿ ਉਸ ਤੋਂ ਬਾਅਦ ਫਿਰ ਆਪਾਂ ਸਾਰੀ ਅਗਲੇਰੀ ਕਾਰਵਾਈ ਬੋਲਣ ਦੀ ਵੀ ਕਰਨੀ ਆ। ਇਹ ਆਪਾਂ ਹਾਊਸ ਇਦਾਂ ਨੇ ਵੀ ਅੱਜ 11 ਵਜੇ ਤਾਂ ਸੱਦਿਆ ਸੀ ਵੀ 11 ਵਜੇ ਇਹਦੀ ਪੂਰਤੀ ਸ਼ੁਰੂ ਹੋ ਜਾਊਗੀ ਤਾਂ ਤਕਾਲਾਂ ਤੱਕ ਸਾਡੇ ਕੋਲ ਸਮਾਂ ਚੱਲੂਗਾ। ਸੋ ਮੈਂ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਆਪਾਂ ਪਹਿਲਾਂ ਸਹਿਜ ਦੇ ਨਾਲ ਆਪਾਂ ਸਾਰਾ ਸਰਵਣ ਕਰ ਲਈਏ ਵੀ ਕੀ ਆ ਇਹ ਮਸਲਾ, ਕੀ ਆ, ਤੁਹਾਨੂੰ ਮੇਰੇ ਤੋਂ ਵੱਧ ਪਤਾ। ਮੈਂ ਬਾਰ-ਬਾਰ ਤੁਹਾਨੂੰ ਰਿਪੀਟ ਨਹੀਂ ਕਰਨਾ ਚਾਹੁੰਦਾ। ਉਸ ਤੋਂ ਬਾਅਦ ਆਪਾਂ ਆਪਣੇ ਵਿਚਾਰ ਵੀ ਸਾਰਿਆਂ ਨੇ ਰੱਖਣੇ ਆ। ਸੋ ਮੈਂ ਆ ਥੋੜੇ ਜਿਹੇ ਜਿਹੜੇ ਜਿੰਨੇ ਕੁ ਮੈਨੂੰ ਲੱਗੇ, ਇੱਕ ਮੈਂ ਹੋਰ ਵੀ ਗੱਲ ਕਹਿਣੀ ਚਾਹੁੰਦਾ ਕਿ ਇਹ ਪੰਜਾਬ ਦਾ ਮੁੱਖ ਮੰਤਰੀ ਸ਼ਾਇਦ ਪੁਰਾਤਨ ਜਿਹੜੀਆਂ ਪਿਰਤਾਂ ਭੁੱਲ ਗਿਆ। ਤੇ ਮੈਂ ਕੱਲ ਇੱਕ ਮੀਟਿੰਗ ਦੇ ਵਿੱਚ ਸੀ, ਤੇ ਰਾਤੀ ਕਿਉਂਕਿ ਮੈਨੂੰ ਤਾਂ ਟਵੀਟ ਜਿਹਾ ਕਰਨੇ ਨਹੀਂ ਆਉਂਦੇ, ਨਾ ਮੈਨੂੰ ਫੇਸਬੁੱਕ ਆਉਂਦੀ ਆ, ਤੇ ਉਹਦੇ ਵਿੱਚ ਕਿਹਾ ਕਿ ਜੀ ਇਹ ਗਾਈਡਲਾਈਨ ਲੈ ਕੇ ਆਇਆ ਮਾਨ ਸਾਹਿਬ। ਮੈਂ ਧਾਮੀ ਹਰਜਿੰਦਰ ਸਿੰਘ, ਮੈਨੂੰ 68 ਸਾਲ ਦਾ ਹੋ ਗਿਆ, 41 ਸਾਲ ਦੀ ਵਕਾਲਤ, ਮੈਨੂੰ ਡਿਕਟੇਟ ਕਰਕੇ ਕੰਮ ਨਹੀਂ ਚੱਲਦਾ। ਤੈਨੂੰ ਤਾਂ ਦਿੱਲੀ ਤੋਂ ਲਾਈਨ ਆਉਂਦੀ ਆ, ਤੂੰ ਤਾਂ ਦਿੱਲੀ ਤੋਂ ਲੈ ਕੇ ਬਾਬੂ ਕੇਜਰੀਵਾਲ ਤੋਂ ਲੈ ਕੇ ਲਾਈਨ ਇੱਥੇ ਬੋਲਦਾ। ਆ ਐਵੇਂ ਨਹੀਂ ਹੋ ਰਿਹਾ। ਇਹ ਉਹਦੀ ਚਾਲ ਆ ਬਾਬੂ ਕੇਜਰੀਵਾਲ ਦੀ ਕਿ ਪੰਜਾਬ ਦੇ ਵਿੱਚ ਰਾਜ ਸੱਤਾ ਦੇ ਨਾਲ ਹੁਣ ਧਾਰਮਿਕ ਹੱਤਾਂ ਨੂੰ ਵੀ ਸਤਿਆਲਾ, ਇਹ ਹਥਿਆਉਣ ਦੀ ਤਾਕਤ ਆ। ਸਿੱਖਾਂ ਨੇ ਕਦੇ ਬਰਦਾਸ਼ਤ ਨਹੀਂ ਕੀਤੀ। ਤੇ ਫਿਰ ਟੀਚਰਾਂ ਕਰੋਗੇ ਤੁਸੀਂ। ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕਿੱਥੇ ਜਾਂਦਾ, ਫਿਰ ਰਾਤ ਨੂੰ ਨੀਂਦ ਵੀ ਆ ਜਾਂਦੀ। ਫਿਰ ਕੀ ਹੋ ਰਿਹਾ? ਇੰਨੀ ਵੀ ਆਪਾਂ ਜਿਹਨੂੰ ਕਹਿ ਲਈਏ ਵੀ ਆਪਣਾ ਸੰਕੋਚ ਨਾ ਹੋਈਏ, ਵੀ ਆਪਣੇ ਆਪ ਤੋਂ ਬਾਹਰ ਹੋ ਜਾਈਏ। ਗੁਰੂ ਸਾਹਿਬ ਕਿਰਪਾ ਕਰਨ, ਕਿਉਂਕਿ ਬੋਲਣ ਨੂੰ ਮੈਂ ਬਾਅਦ ਚ ਵੀ ਬੋਲੂੰਗਾ, ਤੇ ਤੁਹਾਡੇ ਵਿਚਾਰ ਵੀ ਸਾਰੇ ਸਰਵਣ ਕਰਨੇ ਆ। ਪਰ ਮੈਂ ਨਿਮਰਤਾ ਸਹਿਤ ਪਹਿਲਾਂ ਵੀ ਬੇਨਤੀ ਕੀਤੀ ਸੀ, ਤੁਹਾਡੇ ਜਜ਼ਬਾਤਾਂ ਨੂੰ ਵੀ ਨਮਸਕਾਰ ਆ। ਤੁਹਾਡੇ ਜਿਹੜੇ ਆਪੋ ਵਿੱਚ ਹੀ ਧੜੇ ਕਹਿਣ ਦਾ ਸੈਂਸ, ਵਿਚਾਰਧਾਰਾ ਵੱਖ-ਵੱਖ ਹੋ ਜਾਂਦੀ, ਕਿਸੇ ਦੀ ਕੁਛ ਕਿਸੇ ਦੀ ਕੁਛ, ਉਹਨੂੰ ਵੀ ਨਮਸਕਾਰ ਆ। ਪਰ ਇੱਕ ਸੁਰਤਾ ਦੇ ਨਾਲ ਆ ਪਹਿਲਾਂ ਕਰਕੇ ਫਿਰ ਸਾਰਾ ਜਿਹੜਾ ਤੁਹਾਡੇ ਵੀ ਵਿਚਾਰ ਸਾਰੇ ਸੁਣਾਂਗੇ, ਇੱਕ ਸੁਰਤਾ ਦੇ ਨਾਲ ਇਹਨੂੰ ਆਪਾਂ ਪਾਸ ਕਰੀਏ, ਤਾਂ ਕਿ ਆਉਂਦੇ ਸਮੇਂ ਦੇ ਵਿੱਚ ਕੋਈ ਵੀ ਸਰਕਾਰ, ਚਾਹੇ ਪੰਜਾਬ ਦੀ ਤਾਂ ਕਰੇ ਨਹੀਂ ਸਕਦੀ, ਸੈਂਟਰ ਦੀ ਸਰਕਾਰ ਵੀ ਹੀਹਾ ਨਾ ਕਰੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਕੋਈ ਦਖਲਅੰਦਾਜ਼ੀ ਕੀਤੀ ਜਾਊਗੀ। ਸੂਰਮਿਓ, ਜੇ ਆਪਾਂ ਇਸ ਗੱਲ ਦੇ ਅੱਗੇ ਝੁਕ ਗਏ, ਉਹ ਦਿਨ ਦੂਰ ਨਹੀਂ। ਫਿਰ ਅੱਜ ਤਾਂ ਸਾਡੇ ਇੱਥੇ ਮਤਭੇਦ ਆ ਨਾ, ਫਿਰ ਤਾਂ ਡਾਂਗਾਂ ਤੱਕ ਗੱਲਾਂ ਚੱਲਣਗੀਆਂ। ਫਿਰ ਸ਼੍ਰੋਮਣੀ ਕਮੇਟੀ ਦਾ ਕੋਈ ਪਰਪਸ ਨਹੀਂ ਰਹਿ ਜਾਊਗਾ। 1925 ਦਾ ਐਕਟ ਸਾਰਾ ਡਿਫੀਟ ਹੋ ਜਾਊਗਾ, ਕਿਉਂਕਿ ਇਹ ਲੀਗਲ ਪੱਖ ਵੀ ਆ ਤੇ ਸਿੱਖੀ ਦਾ ਪੱਖ ਵੀ ਆ। ਇਸ ਕਰਕੇ ਮੈਂ ਤੁਹਾਡੇ ਨਾਲ ਇਹ ਵਿਚਾਰ ਥੋੜੇ ਜਿਹਾ ਪਹਿਲਾਂ ਸਾਂਝੇ ਕਰ ਲਏ। ਸੋ ਮੈਂ, ਜੇ ਕਿਸੇ ਨੇ ਮੈਨੂੰ ਹੋਰ ਵੀ ਇਹ 'ਚ ਐਡ ਕਰਾਉਣਾ, ਉਹ ਵੀ ਕਾਈਂਡਲੀ ਮੈਨੂੰ ਦੇ ਦਿਓ, ਕੋਈ ਦਿੱਕਤ ਨਹੀਂ। ਉਸ ਤੋਂ ਬਾਅਦ ਫਿਰ ਆਪਾਂ ਸਾਰੇ
ਬੈਠ ਕੇ ਜਿਹੜੇ ਵਿਚਾਰ ਵੀ ਸਾਂਝੇ ਕਰਾਂਗੇ। ਇਹ ਵਿਸ਼ੇਸ਼ ਅਜਲਾਸ 20 ਜੂਨ 2023 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦਾ ਇਹ ਵਿਸ਼ੇਸ਼ ਅਜਲਾਸ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ ਦੇ ਮਿਤੀ 20/6/23 ਦੇ ਅਜਲਾਸ ਵਿੱਚ ਲਿਆਂਦੇ ਗਏ ਸਿੱਖ ਗੁਰਦੁਆਰਾ ਸੋਧ ਬਿੱਲ 2023 ਨੂੰ ਮੁਕੰਮਲ ਰੂਪ ਵਿੱਚ ਰੱਦ ਕਰਦਾ ਹੈ। ਸਿੱਖ ਗੁਰਦੁਆਰਾ ਐਕਟ 1925 ਵਿੱਚ ਸੋਧ ਸ਼੍ਰੋਮਣੀ ਕਮੇਟੀ ਦੀਆਂ ਸਿਫਾਰਸ਼ਾਂ ਨਾਲ ਹੀ ਸੰਭਵ ਹੈ। ਸੰਨ 1959 ਵਿੱਚ ਸੀਨੀਅਰ ਅਕਾਲੀ ਆਗੂ ਮਾਸਟਰ ਤਾਰਾ ਸਿੰਘ ਜੀ ਅਤੇ ਪ੍ਰਧਾਨ ਮੰਤਰੀ ਸ਼੍ਰੀ ਜਵਾਹਰ ਲਾਲ ਨਹਿਰੂ ਦਰਮਿਆਨ ਇੱਕ ਸਮਝੌਤਾ ਸਹੀਬੱਧ ਹੋਇਆ ਸੀ, ਜਿਸ ਵਿੱਚ ਸਾਫ਼ ਤੌਰ ਤੇ ਪ੍ਰਵਾਨ ਕੀਤਾ ਗਿਆ ਸੀ ਕਿ ਸਿੱਖ ਗੁਰਦੁਆਰਾ ਐਕਟ ਵਿੱਚ ਕਿਸੇ ਵੀ ਸੋਧ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਦੇ 2/3 ਮੈਂਬਰਾਂ ਦੀ ਸਹਿਮਤੀ ਜ਼ਰੂਰੀ ਹੋਵੇਗੀ। ਅੱਜ ਦਾ ਅਜਲਾਸ ਸੰਨ 1959 ਵਿੱਚ ਇਸ ਸਮਝੌਤੇ ਦੀ ਭਾਵਨਾ ਨੂੰ ਇੱਕ ਵਾਰ ਦ੍ਰਿੜ ਕਰਦਾ ਹੋਇਆ ਪੰਜਾਬ ਸਰਕਾਰ ਨੂੰ ਸਖਤ ਤਾੜਨਾ ਕਰਦਾ ਹੈ ਕਿ ਸਿੱਖ ਗੁਰਦੁਆਰਾ ਸੋਧ ਬਿੱਲ 2023 ਨੂੰ ਤੁਰੰਤ ਵਾਪਸ ਲਵੇ। ਜੇਕਰ ਸਰਕਾਰ ਨੇ ਸਿੱਖ ਮਸਲਿਆਂ ਵਿੱਚ ਦਖਲਅੰਦਾਜ਼ੀ ਬੰਦ ਨਾ ਕੀਤੀ ਤਾਂ ਸਿੱਖ ਰਵਾਇਤਾਂ ਅਨੁਸਾਰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਮੋਰਚੇ ਦੀ ਆਰੰਭਤਾ ਕੀਤੀ ਜਾਵੇਗੀ ਤੇ ਉਹਦੀ ਜ਼ਿੰਮੇਵਾਰੀ ਫਿਰ ਸਰਕਾਰ ਦੀ ਹੋਊਗੀ। ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਲਿਆਂਦਾ ਸਿੱਖ ਗੁਰਦੁਆਰਾ ਸੋਧ ਬਿੱਲ 2023 ਸ਼੍ਰੋਮਣੀ ਕਮੇਟੀ ਦੇ ਅਧਿਕਾਰ ਖੇਤਰ ਅਤੇ ਆਜ਼ਾਦ ਹਸਤੀ ਤੇ ਸਿੱਧਾ ਹਮਲਾ ਹੈ, ਕਿਉਂਕਿ ਪੰਜਾਬ ਸਰਕਾਰ ਨੇ ਆਪਣੇ ਅਧਿਕਾਰਾਂ ਤੋਂ ਬਾਹਰ ਜਾ ਕੇ ਸ਼੍ਰੋਮਣੀ ਕਮੇਟੀ ਦੇ ਮਾਮਲੇ ਵਿੱਚ ਆਪ ਹੁਦਰਾ ਤੇ ਗੈਰ ਸੰਵਿਧਾਨਕ ਫੈਸਲਾ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਪੰਜਾਬ ਦਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਇਹ ਦਖਲ ਆਪਣੇ ਆਕਾ ਦਿੱਲੀ ਦੇ ਬਾਬੂ ਤੇ ਆਮ ਆਦਮੀ ਪਾਰਟੀ ਦੇ ਮੁਖੀ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਸਿੱਖ ਵਿਰੋਧੀ ਸੋਚ ਨੂੰ ਲਾਗੂ ਕਰਨ ਅਤੇ ਸਿੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਥਿਆਉਣ ਦੇ ਮੰਤਵ ਨਾਲ ਕਰ ਰਿਹਾ ਹੈ। ਜੇ ਸ਼੍ਰੋਮਣੀ ਕਮੇਟੀ ਦਾ ਅੱਜ ਦਾ ਅਜਲਾਸ ਵਿਸ਼ੇਸ਼ ਸਰਕਾਰ ਦੀ ਇਸ ਹਰਕਤ ਨੂੰ ਸਿੱਖ ਵਿਰੋਧੀ ਕਰਾਰ ਦਿੰਦਾ ਹੈ ਅਤੇ ਇਸ ਦਾ ਹਰ ਪੱਧਰ ਤੇ ਵਿਰੋਧ ਜਾਰੀ ਕਰਨ ਦਾ ਐਲਾਨ ਕਰਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਆਜ਼ਾਦ ਅਤੇ ਪ੍ਰਤੀਨਿਧ ਸੰਵਿਧਾਨਕ ਸੰਸਥਾ ਹੈ, ਜਿਸ ਵਿੱਚ ਸਰਕਾਰਾਂ ਦਾ ਸਿੱਧਾ ਦਖਲ ਕਤਾਜਤ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪੰਜਾਬ ਪੁਨਰਗਠਨ ਐਕਟ 1966 ਦੀ ਧਾਰਾ 72 ਤਹਿਤ ਸਿੱਖ ਗੁਰਦੁਆਰਾ ਐਕਟ 1925 ਵਿੱਚ ਕਿਸੇ ਵੀ ਤਰ੍ਹਾਂ ਦੀ ਸੋਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਵਿੱਚ ਪ੍ਰਵਾਨ ਉਪਰੰਤ ਹੀ ਮੰਨੀ ਜਾਂਦੀ ਹੈ। ਸਿੱਖ ਗੁਰਦੁਆਰਾ ਐਕਟ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਵਿੱਚ ਦਖਲ ਦੇਣ ਸਿੱਖ ਕਰਾਰਾਂ ਦਾ ਅਹਿਮ ਹਿੱਸਾ ਕੇਸਾਂ ਦੀ ਤੋਹੀਨ ਕਾਰਨ ਰਾਗੀ ਸਿੰਘਾਂ ਦੇ ਮਾਣ ਸਨਮਾਨ ਨੂੰ ਠੇਸ ਪਹੁੰਚਾਉਣ ਤੇ ਪਹੁੰਚਾਉਣ ਲਈ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਨਤਕ ਮਾਫੀ ਮੰਗੇ। ਸਤਿਕਾਰਤ ਭਗਤ ਸਾਹਿਬਾਨ ਭੱਟ ਸਾਹਿਬਾਨ ਅਤੇ ਦਾ ਨਾਂ ਸਤਿਕਾਰਹੀਣ ਭਾਸ਼ਾ ਵਿੱਚ ਲੈਣ ਲਈ ਆਮ ਆਦਮੀ ਪਾਰਟੀ ਦੇ ਵਿਧਾਇਕ ਬੁੱਧ ਰਾਮ ਵੀ ਸਿੱਖ ਕੌਮ ਤੋਂ ਖਿਮਾ ਜਾਚਨਾ ਕਰਨ। ਜੇ ਇਹਦੇ ਚ ਕੋਈ ਹੋਰ ਐਡ ਕਰਨਾ ਹੋਇਆ ਮੈਨੂੰ ਦੱਸ ਦਿਓ ਤੇ ਮੈਂ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਤਿੰਨ ਨਾਮ ਮੇਰੇ ਕੋਲ ਤਿੰਨ ਤੇ ਮੈਂ ਬਿਲਕੁਲ ਬੀਬੀ ਕਿਰਨਜੋਤ ਕੌਰ ਜੀ ਨੇ ਬੀਬੀ ਜਗੀਰ ਕੌਰ ਜੀ ਨੇ ਕਿ ਇਸ ਮਨੁੱਖ ਨੇ ਆਪਣੇ ਨਾਲ ਮਾਣ ਭਗਵੰਤ ਸਿੰਘ ਨਹੀਂ ਲਾਇਆ। ਚਲੋ ਇਹ ਵੀ ਠੀਕ ਹੈ, ਇਹਨੂੰ ਵਿੱਚੋਂ ਡਿਲੀਟ ਕਰਦੇ ਆ ਕਿਉਂਕਿ ਆਪਣੇ ਆਪ ਨੂੰ ਸਿੱਖ ਤਾਂ ਹੈ ਵੀ ਨਹੀਂ, ਉਹ ਸਿੰਘ ਵੀ ਲਾਉਂਦਾ ਨਾਲ। ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ। ਇਹ ਠੀਕ ਸਤਿ ਸ੍ਰੀ ਅਕਾਲ। ਇਹ ਠੀਕ ਬੀਬੀ ਹੁਣੀ ਕਿਹਾ ਕਿਉਂਕਿ ਇਹ ਡਰਾਫਟ ਕਰਨ ਲੱਗੇ ਸਿੰਘ ਨਾਲ ਲਾ ਲਿਆ ਕਿਉਂਕਿ ਸਾਡੀ ਆਦਤ ਆ ਪਈਓ, ਸੋ ਇਸ ਕਰਕੇ ਇਹਦੇ ਨਾਲ ਕਿਉਂਕਿ ਆਪ ਹੀ ਨਹੀਂ ਕਲੇਮ ਕਰਦਾ, ਜਿਹੜਾ ਸਿੰਘ ਨਹੀਂ ਨਾਲ ਲਾ ਸਕਦਾ ਤੇ ਹੋਰ ਸਿੱਖੀ ਪਰੰਪਰਾ ਮਤੇ ਕੀ ਖੜਾ ਹੋਊਗਾ। ਮੈਨੂੰ ਤਿੰਨ ਨਾਂ
ਪਹਿਲਾਂ ਆਏ ਸੀਗੇ ਬੀਬੀ ਜੀ ਤੁਸੀਂ ਤੇ ਮੈਂ, ਬਾਕੀ ਵੀ 3-4 ਜਿਹੜੇ ਬੁਲਾਰੇ ਆਪਾਂ ਇਕੱਠੇ ਬੋਲਾਂਗੇ ਸਾਰੇ ਹੀ। ਸਭ ਤੋਂ ਪਹਿਲਾਂ ਮੈਂ ਆਪਣੇ ਪ੍ਰਤਾਪ ਸਿੰਘ ਨੂੰ ਬੇਨਤੀ ਕਰੂੰਗਾ ਵੀ ਆਪਾਂ ਖੁੱਲਾ ਹੀ ਟਾਈਮ ਆ, ਕੋਈ ਦਿੱਕਤ ਨਹੀਂ। ਗੁਰੂ ਸਾਹਿਬ ਨੇ ਤੁਹਾਡੇ ਤੇ ਮੈਂ ਤੁਹਾਡਾ ਧੰਨਵਾਦ ਸੱਚੀ ਕੋਟਨ ਕੋਟ ਰੋਮ ਰੋਮ ਕਰਕੇ ਕਰਦਾ ਕਿ ਤੁਸੀਂ ਇੱਕ ਸੁਰਤਾ ਜੋ ਦਿਖਾਲੀ ਆ। ਤੁਹਾਡੇ ਜਜ਼ਬਾਤਾਂ ਨੂੰ ਵੀ ਨਮਸਕਾਰ ਕਰਦਾ। ਧੰਨ ਗੁਰੂ ਰਾਮਦਾਸ ਪਾਤਸ਼ਾਹ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਵੀ ਧੰਨਵਾਦ ਕਰਦਾ ਕਿ ਤੁਸੀਂ ਆਪਣੇ ਤੁਹਾਡੇ ਹਿਰਦਿਆਂ ਵਿੱਚ ਸਿੱਖੀ ਮੇਰੇ ਤੋਂ ਵੱਧ ਆ। ਤੁਸੀਂ ਮੇਰੇ ਤੋਂ ਵੱਧ ਨਿਤਨੇਮੀ ਆ। ਤੁਸੀਂ ਮੇਰੇ ਤੋਂ ਵੱਧ ਗੁਰਮਤਿ ਦੀਆਂ ਪੈੜਾਂ ਦੇ ਉੱਤੇ ਪਹਿਰੇ ਦੇਣ ਵਾਲੇ ਆ। ਗੁਰੂ ਸਾਹਿਬ ਕਿਰਪਾ ਕਰਨ, ਜਿਸ ਭਾਵਨਾ ਨਾਲ ਤੁਸੀਂ ਇੱਕ ਸੁਰਤਾ ਦਿਖਾਲੀ ਆ, ਗੁਰੂ ਸਾਹਿਬ ਤੁਹਾਡੀਆਂ ਝੋਲੀਆਂ ਉਸੇ ਆਸ਼ੇ ਅਨੁਸਾਰ ਭਰਨ। ਦੇਸ਼ ਕੌਮ ਦੇ ਤੁਹਾਨੂੰ ਜਿਵੇਂ ਪਹਿਲਾਂ ਰਖਵਾਲੇ ਬਣਾਇਆ ਆ, ਉਦੋਂ ਹੋਰ ਵੱਧ ਸੇਵਾ ਕਰਨ ਦਾ ਸਤਿਗੁਰੂ ਜੀ ਬਲ ਬਖਸ਼ਿਸ਼ ਕਰਨ। ਇਹੋ ਹੀ ਅਰਦਾਸ ਆ ਗੁਰੂ ਚਰਨਾਂ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤਾਂ ਤੁਹਾਨੂੰ ਬੁਲਾ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਮੈਂ ਬੇਨਤੀ ਕਰਾਂਗਾ ਸਰਦਾਰ ਰਜਿੰਦਰ ਸਿੰਘ ਜੀ ਮਹਿਤਾ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਕਿ ਉਹ ਆਪਣੇ ਵਿਚਾਰ ਸਾਂਝੇ ਕਰਨ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਪਵਿੱਤਰ ਗੋਦ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ, ਜਥੇਦਾਰ ਸ੍ਰੀ ਕੇਸਗੜ੍ਹ ਸਾਹਿਬ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ, ਅਤੇ ਬਹੁਤ ਸਤਿਕਾਰਯੋਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਸਾਹਿਬ, ਅਤੇ ਅੱਜ ਦੀ ਇਸ ਵਿਸ਼ੇਸ਼ ਅਜਲਾਸ ਦੌਰਾਨ ਸਮੁੱਚੇ ਰੂਪ ਸੰਗਤੀ ਰੂਪ ਬੈਠੇ ਗੁਰੂ ਦੀ ਗੋਦ ਦਾ ਨਿੱਘ ਮਾਣ ਰਹੇ ਗੁਰੂ ਖਾਲਸਾ ਜੀ, ਬੜੇ ਸਤਿਕਾਰ ਨਾਲ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰੀ ਫੇਰ ਫਤਿਹ ਦੀ ਖੇਚਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਕੋਈ ਨਾ ਕੋਈ ਵਾਹਿਗੁਰੂ ਜੀ ਕੀ ਫਤਿਹ। ਹੋ ਗਿਆ ਠੀਕ ਹੈ। ਚਲੋ ਅੱਜ ਵਿਸ਼ੇਸ਼ ਹਾਲਾਤਾਂ ਨੂੰ ਮੁੱਖ ਰੱਖਦਿਆਂ ਹੋਇਆਂ ਪ੍ਰਧਾਨ ਸਾਹਿਬ ਤੇ ਸਮੁੱਚੇ ਮੈਂਬਰ ਸਾਹਿਬ ਦੇ ਭਾਵਨਾਵਾਂ ਦੀ ਕਦਰ ਕਰਦਿਆਂ ਹੋਇਆਂ ਇਹ ਅੱਜ ਦਾ ਵਿਸ਼ੇਸ਼ ਅਜਲਾਸ ਜਿਹੜਾ ਸੱਦਿਆ ਗਿਆ, ਹਾਲੇ ਜਾਣਾ ਨਹੀਂ ਬਾਬਾ ਜੀ, ਔਰ ਇਹਦਾ ਏਜੰਡਾ ਵੀ ਤਕਰੀਬਨ ਸਾਰੇ ਮੈਂਬਰ ਸਾਹਿਬਾਨ ਨੂੰ ਪਹਿਲਾਂ ਭੇਜਿਆ ਸੀ। ਉਹਦੇ ਤੇ ਵਿਸ਼ੇਸ਼ ਤੌਰ ਤੇ ਗਰੇਵਾਲ ਸਾਹਿਬ ਜਿਹੜੇ ਸਾਡੇ ਜਨਰਲ ਸਕੱਤਰ ਨੇ ਸ਼੍ਰੋਮਣੀ ਕਮੇਟੀ ਦੇ, ਉਹਨਾਂ ਨੇ ਉਹ ਏਜੰਡੇ ਦੀ ਵੀ ਤਫਸੀਲ ਤੁਹਾਡੇ ਨਾਲ ਸਾਂਝੀ ਕੀਤੀ ਹੈ। ਕੋਈ ਨਹੀਂ। ਔਰ ਬਹੁਤ ਹੀ ਸਤਿਕਾਰਯੋਗ ਪ੍ਰਧਾਨ ਸਾਹਿਬ ਨੇ ਇਸ ਅੱਜ ਦੇ ਇਜਲਾਸ ਦਾ ਜਿਹੜਾ ਮਾਹੌਲ ਹੈ ਉਹਦੇ ਪ੍ਰਤੀ ਇੱਕ ਤੈਅਸ਼ੁਦਾ ਜਿਹੜਾ ਏਜੰਡਾ ਹੈ ਜਿਹਦੇ ਉੱਤੇ ਆਪਾਂ ਸਾਰਿਆਂ ਨੇ ਰਲ ਮਿਲ ਕੇ ਕੇਂਦਰਿਤ ਆਪਣੇ ਆਪ ਨੂੰ ਕਰਨਾ, ਉਹ ਏਜੰਡਾ ਤੇ ਉਹ ਲਾਈਨ ਜਿਹੜੀ ਹੈ ਤੁਹਾਡੇ ਨਾਲ ਵਿਚਾਰਾਂ ਦੇ ਨਾਲ ਸਾਂਝੀ ਕੀਤੀ ਹੈ। ਔਰ ਜਿਹੜਾ ਮਤਾ ਅੱਜ ਦੀ ਤੁਹਾਡੀ ਇਸ ਇਕੱਤਰ ਦੇ ਸਮੁੱਚੇ ਹਾਊਸ ਦੀ ਤਰਜਮਾਨੀ ਕਰਦਾ ਜਜ਼ਬਾਤਾਂ ਦੀ, ਉਹ ਮਤੇ ਦੇ ਰੂਪ ਵਿੱਚ ਹੀ ਸਾਰੇ ਸ਼ਬਦ ਤੁਹਾਡੇ ਨਾਲ ਸਾਂਝੇ ਕੀਤੇ ਆ। ਔਰ ਬੜੀ ਖੁਸ਼ੀ ਤੇ ਚੜ੍ਹਦੀ ਕਲਾ ਦਾ ਇਹ ਗੱਲ ਦਾ ਹੰਗਾਰਾ ਮਿਲਿਆ ਕਿ ਸਮੁੱਚੇ ਹਾਊਸ ਨੇ ਬਾਹਾਂ ਖੜੀਆਂ ਕਰਕੇ ਬੜੇ ਜੋਸ਼ੋ ਖਰੋਸ਼ ਦੇ ਨਾਲ ਇਸ ਮਤੇ ਨੂੰ ਜਿਹੜਾ ਉਹ ਪ੍ਰਵਾਨਗੀ ਦਿੱਤੀ ਹੈ। ਇਹਦੇ ਵਿੱਚ ਜਿਵੇਂ ਪ੍ਰਧਾਨ ਸਾਹਿਬ ਨੇ ਸਾਰਿਆਂ ਦਾ ਧੰਨਵਾਦ ਕੀਤਾ, ਨਿਸ਼ਚੈ ਨਿਰਸੰਦੇਹ ਵਾਕਿਆ ਧੰਨਵਾਦ ਦੇ ਪਾਤਰ ਹੋ ਤੁਸੀਂ ਸਾਰੇ ਕਿ ਜਿਨ੍ਹਾਂ ਨੇ ਅੱਜ ਦੇ ਹਾਲਾਤਾਂ ਨੂੰ ਬੜੀ ਗੰਭੀਰਤਾ ਨੂੰ ਲੈਂਦਿਆਂ ਹੋਇਆਂ ਉਹਦੇ ਪ੍ਰਤੀ ਆਪਣੇ ਜਜ਼ਬਾਤਾਂ ਦਾ ਪ੍ਰਗਟਾਵਾ ਗੁਰੂ ਦੀ ਮੱਤ ਦੇ ਮੁਤਾਬਕ ਕੀਤਾ। ਸੋ ਮੈਂ ਵੀ ਆਪਣੇ ਵੱਲੋਂ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ। ਮੈਂ ਥੋੜ੍ਹੀ ਜਿਹੀ ਐਡੀਸ਼ਨ ਵੀ ਕਰਾਉਣੀ ਚਾਹੁੰਦਾ ਪ੍ਰਧਾਨ ਸਾਹਿਬ ਨੂੰ ਬੇਨਤੀ ਕਰਕੇ ਹਾਊਸ ਦੇ ਸਾਹਮਣੇ ਵਿਚਾਰ ਰੱਖਦਾ ਹੋਇਆ। ਪ੍ਰਧਾਨ ਸਾਹਿਬ, ਠੀਕ ਹੈ ਕਿ ਉਸ ਦਿਨ ਜਿਹਨੂੰ ਬੜਾ ਪੰਜਾਬ ਦਾ ਪਵਿੱਤਰ ਸਦਨ ਕਿਹਾ ਜਾਂਦਾ ਹੈ, ਉਹ ਸਦਨ ਦੀ ਪਵਿੱਤਰਤਾ ਜਿਸ ਲੈਵਲ 'ਤੇ ਜਾ ਕੇ ਉਹ ਸਦਨ ਦੇ ਮੁਖੀ ਨੇ, ਜਿਹਨੂੰ ਭਗਵੰਤ ਮਾਨ ਦੇ ਨਾਂ 'ਤੇ ਪੰਜਾਬ 'ਚ ਜਾਣਿਆ ਜਾਂਦਾ, ਉਹ ਹੈ ਵੀ ਵਾਕਿਆ ਬੀਬੀ ਜੀ ਨੇ ਕਿਹਾ ਵੀ ਸਿੰਘ ਨਹੀਂ ਲਾਉਣਾ ਜਿਹਦਾ ਸਿੰਘ ਵਾਕਿਆ ਹੀ ਹੈ ਨਹੀਂ ਗਾ, ਕਿਉਂਕਿ ਸਿੰਘ ਵਾਲੇ ਕਰਤਾ ਵੀ ਨਹੀਂ, ਸ਼ਕਲ ਸੂਰਤ ਨਹੀਂ ਹੈਗੀ ਉਹਦੀ, ਅਤੇ ਉਹ ਆਪ ਵੀ ਕਲੇਮ ਨਹੀਂ ਕਰਦਾ ਸਿੰਘ ਹੋਣ ਦਾ, ਕਿਉਂਕਿ ਨਾਸਤਿਕ ਵਿਚਾਰਾਂ ਦਾ ਵਿਅਕਤੀ ਹੈ। ਸ਼ਕਲੋਂ ਸੂਰਤੋਂ ਹੀਣਾ ਸਿੱਖੀ ਉਹਦੇ ਝੋਲੀ 'ਚ ਨਹੀਂ ਹੈਗੀ। ਗੁਰੂ ਨੇ ਬਖਸ਼ਿਸ਼ ਨਹੀਂ ਕੀਤੀ, ਆਪਾਂ ਬਦੋ ਬਦੀ ਉਹਨੂੰ ਸਿੱਖੀ ਕਿਉਂ ਦੇਣੀ ਹੈ? ਗੁਰੂ ਨੇ ਉੱਤੇ ਤਰੁੱਠਿਆ। ਠੀਕ ਹੈ ਕਿ ਮੁਕੱਦਰਾਂ ਦੀ ਖੇਡ ਮੁਤਾਬਕ ਉਹਨਾਂ ਲੋਕਾਂ ਦਾ ਦਾਅ ਲੱਗ ਗਿਆ ਜਿਨ੍ਹਾਂ ਦੇ ਕੋਈ ਪੋਲੀਟੀਕਲ ਬੈਕਗਰਾਉਂਡ ਨਹੀਂ, ਕੋਈ ਪੰਜਾਬ ਪ੍ਰਤੀ ਉਹਨਾਂ ਦੀਆਂ ਸੇਵਾਵਾਂ ਨਹੀਂ, ਉਹਨਾਂ ਦਾ ਜਾਤੀ ਤੌਰ 'ਤੇ ਪੰਜਾਬ ਪ੍ਰਤੀ ਕੋਈ ਰੋਲ ਹੀ ਨਹੀਂ ਹੈਗਾ। ਸਮੁੱਚੇ 92 ਦੇ 92 ਜਿਹੜੇ ਮੈਂਬਰ ਚੁਣ ਕੇ ਗਏ ਨੇ ਆਪ ਪਾਰਟੀ ਦੇ ਨਾਂ ਦੇ ਉੱਤੇ।